ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਠਕ ਵਿੱਚ ਹਾਜ਼ਰ ਸੱਜਣਾਂ ਦਾ, ਸੰਗਤ ਦਾ ਬਹੁਤ ਧੰਨਵਾਦ ਜੋ ਆਪਣਾ ਸਮਾਂ ਕੱਢ ਕੇ ਗੁਰਬਾਣੀ ਗੁਰੂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋ। ਪਿਛਲੇ ਹਫਤੇ ਤੋਂ ਅਸੀਂ ਜਿਹੜਾ ਟੌਪਿਕ ਸ਼ੁਰੂ ਕੀਤਾ ਉਹ ਹੈ ਕਿ ਗੁਰਬਾਣੀ ਵਿੱਚ ਪਾਠ ਨੂੰ ਕੋਈ ਥਾਂ ਦਿੱਤੀ ਗਈ ਹੈ। ਆਪਾਂ ਉਸ ਦੇ ਮੁਤਲਕ ਅਰਾਊਂਡ ਸਾਡੇ ਕੋਲ 24-25 ਸ਼ਬਦ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਜਿਹੜੇ ਸਾਨੂੰ ਇਹ ਜਾਣਕਾਰੀ ਦੇਣਗੇ ਕਿ ਗੁਰਬਾਣੀ ਦਾ ਕੇਵਲ ਪਾਠ ਕਰਨਾ ਹੈ ਜਾਂ ਗੁਰਬਾਣੀ ਨੂੰ ਅਮਲ 'ਚ ਲੈ ਕੇ ਆਉਣਾ, ਤੇ ਜਿਹੜਾ ਕੰਮ ਕਰਨਾ ਹੈ ਉਹ ਕਿਹੜਾ ਮਹੱਤਵਪੂਰਨ ਕੰਮ ਹੈ ਜਿਹੜਾ ਅਸੀਂ ਕਰਨਾ ਹੈ ਜ਼ਿੰਦਗੀ ਦੇ ਵਿੱਚ, ਐਸ ਜਨਮ ਦੇ ਵਿੱਚ। ਗੱਲ ਅੱਜ ਬਹੁਤ ਵਧੀਆ ਕੋਟੇਸ਼ਨ ਤੋਂ ਆਪਾਂ ਸ਼ੁਰੂ ਕਰਾਂਗੇ। ਡਾਕਟਰ ਨੰਦਾ ਨੇ, ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਟਾਇਰਡ, ਉਹਨਾਂ ਨੇ ਇੱਕ ਲਾਈਨ ਲਿਖ ਕੇ ਮੇਰੇ ਕਿਸੇ ਕਰੀਬੀ ਸੱਜਣ ਨੂੰ ਭੇਜੀ ਔਰ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ। ਉਹ ਕਹਿੰਦੇ ਵੀ ਕਰਮ ਕਰ, ਜ਼ਿਕਰ ਨਾ ਕਰ, ਸ਼ੁਕਰ ਕਰ, ਫਿਕਰ ਨਾ ਕਰ। ਗੁਰਬਾਣੀ ਦੇ ਅਕੋਰਡਿੰਗਲੀ ਜੇ ਇਸ ਨੂੰ ਦੇਖਿਆ ਜਾਏ ਤੇ ਉਹ ਕਹਿੰਦੇ ਵੀ ਚੁੱਪ ਚੁਪੀਤੇ ਆਪਣਾ ਨਾਮ ਜਪੀ ਜਾਓ। ਆਪਣਾ ਜਿਹੜਾ ਕਰਮ ਹੈ ਐਸ ਜਨਮ ਚ ਆਇਆਂ ਦਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਸਿਰਫ ਤੇ ਸਿਰਫ ਨਾਮ ਦਾ ਅਭਿਆਸ ਕਰ। ਜੇ ਤੂੰ ਐਸ ਜਨਮ ਨੂੰ ਸਫਲ ਕਰਨਾ, ਜੇ ਤੂੰ ਅਕਾਲ ਪੁਰਖ ਨੂੰ ਮਿਲਣ ਦੀ ਕੋਸ਼ਿਸ਼ ਕਰਨੀ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹੋ ਹੀ ਵਾਰੀ ਹੈ ਬਸ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਹੋਰ ਕੋਈ ਕੰਮ ਤੇਰੇ ਕੰਮ ਨਹੀਂ ਆਏਗਾ। ਜਿੰਨੇ ਮਰਜ਼ੀ ਤੂੰ ਰਿਲੀਜੀਅਸ ਅਡੰਬਰ ਕਰੀ ਜਾ, ਧਾਰਮਿਕ ਅਡੰਬਰ ਕਰੀ ਜਾ, ਉਹ ਕਿਸੇ ਕੰਮ ਦੇ ਨਹੀਂ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਧੂ ਦੇ ਸੰਗ ਦੇ ਜ਼ਰੀਏ ਕੇਵਲ ਤੇ ਕੇਵਲ ਨਾਮ ਦਾ ਅਭਿਆਸ ਕਰਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਹੋਰ ਕੋਈ ਕੰਮ ਸਿੱਖੀ ਚ ਰਿਕਮੈਂਡਡ ਨਹੀਂ ਹੈ, ਗੁਰਬਾਣੀ ਗੁਰੂ ਦੇ ਵਿੱਚ ਰਿਕਮੈਂਡਡ ਨਹੀਂ ਹੈ। ਬਾਕੀ ਜੋ ਰਿਕਮੈਂਡਡ ਹੈ ਅਸੀਂ ਨਾਲ ਨਾਲ ਕਲੀਅਰ ਕਰਦੇ ਜਾ ਰਹੇ ਹਾਂ ਆਪਣੀਆਂ ਬੈਠਕਾਂ ਦੇ ਵਿੱਚ। ਹੁਣ ਆਪਾਂ ਜਿਹੜੀ ਅੱਜ ਗੱਲ ਸ਼ੁਰੂ ਕਰਨੀ ਹੈ, ਅੱਛਾ, ਕਰਮ ਕਰ ਜ਼ਿਕਰ ਨਾ ਕਰ, ਮਤਲਬ ਇਹ ਜਿੰਨਾ ਹੋ ਸਕੇ ਮੈਕਸਿਮਮ ਕਰੀ ਜਾਓ। ਕਿਸੇ ਨਾਲ ਕੋਈ ਵਾਦ ਵਿਵਾਦ ਚ ਨਾ ਪਾਓ। ਸ਼ੁਕਰ ਕਰ, ਫਿਕਰ ਨਾ ਕਰ। ਉਸ ਕਰਤੇ ਪੁਰਖ ਦਾ ਸ਼ੁਕਰ ਕਰੀ ਜਾਓ, ਫਿਕਰ ਉਸ ਅਕਾਲ ਪੁਰਖ ਨੇ ਫਿਰ ਤੁਹਾਡੀ ਕਰਨੀ। ਜਦੋਂ ਅਸੀਂ ਐਨ ਇਕਜੁੱਟ ਹੋ ਕੇ ਉਸ ਕਰਤੇ ਪੁਰਖ ਦਾ ਨਾਮ ਅਭਿਆਸ ਕਰਦੇ ਹਾਂ, ਉਹ ਕਰਤਾ ਪੁਰਖ ਤੁਹਾਡੀ ਸਾਰ ਲੈਂਦਾ। ਜਿਸ ਤਰ੍ਹਾਂ ਮਾਂ ਪਿਓ ਆਪਣੇ ਬੱਚੇ ਦੀ ਸਾਰ ਲੈਂਦੇ ਆ। ਬੱਚਾ ਰੋਂਦਾ ਹੋਏ, ਵਿਲਕਦਾ ਹੋਏ, ਠੀਕ ਵੀ ਹੋਏ, ਉਹਨੂੰ ਪੁੱਛਿਆ ਜਾਂਦਾ ਵੀ ਠੀਕ ਹੈ, ਕੋਈ ਪ੍ਰੋਬਲਮ ਤੇ ਨਹੀਂ। ਇਸੇ ਤਰ੍ਹਾਂ ਕਰਤਾ ਪੁਰਖ ਸਾਰ ਲੈਂਦੇ ਆ। ਆਓ ਆਪਾਂ ਆਪਣੀ ਅੱਜ ਬੈਠਕ ਦਾ ਆਰੰਭ ਕਰੀਏ। ਆਪਾਂ ਪਿਛਲੀ ਵਾਰੀ ਪਹਿਲਾ ਸ਼ਬਦ ਲਿਆ ਸੀ, ਉਸ ਤੋਂ ਪਹਿਲਾਂ ਆਪਾਂ ਇਸ ਟੌਪਿਕ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਸਨ ਉਹ ਜਪ ਬਾਣੀ ਦੇ ਵਿੱਚ ਆ ਚੁੱਕਾ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ, ਇਹ ਆਪ ਜੀ ਉਹ ਜਾ ਕੇ ਰਿਕਾਰਡਿੰਗ ਸੁਣ ਸਕਦੇ ਹੋ, ਸਾਂਝੀ ਕਰ ਸਕਦੇ ਹੋ। ਫਿਰ ਇਹ ਤੁਕ ਹੈ ਗੁਰੂ ਗ੍ਰੰਥ ਸਾਹਿਬ ਪੰਨਾ ਨੰਬਰ 3 ਦੇ ਉੱਤੇ। ਫਿਰ ਆਖੇ ਵੇਦ ਪਾਠ ਪੁਰਾਣ,
ਇਹ ਤੁਕ ਹੈ ਪੰਨਾ ਨੰਬਰ 5 ਦੇ ਉੱਤੇ। ਉਸ ਤੋਂ ਬਾਅਦ ਪੰਨਾ ਨੰਬਰ 66 ਦੇ ਉੱਤੇ ਤੁਕ ਆਉਂਦੀ ਹੈ, ਪਾਠ ਪੜ੍ਹੇ ਨਾ ਬੂਝਈ ਭੇਖੀ ਭਰਮ ਭੁਲਾਏ। ਪੰਨਾ ਨੰਬਰ 66 ਔਰ ਇਹ ਸ਼ਬਦ ਅਸੀਂ ਪਿਛਲੀ ਵਾਰੀ ਵਿਚਾਰ ਕੀਤਾ। ਵਿਚਾਰ ਅਸੀਂ ਬਹੁਤ ਸੀਮਤ ਰੱਖੀ ਸੀ ਕਿਉਂਕਿ ਸਾਡਾ ਜਿਹੜਾ ਮੇਨ ਟੌਪਿਕ ਚੱਲਦਾ ਹੈ ਉਹ ਪਾਠ ਦੇ ਉੱਤੇ ਹੈ। ਪਾਠ ਪੜ੍ਹੇ ਨਾ ਬੂਝਈ ਭੇਖੀ ਭਰਮ ਭੁਲਾਏ, ਇਹ ਅਸੀਂ ਪਿਛਲੀ ਵਾਰੀ ਇਸ ਸ਼ਬਦ ਦੀ ਵਿਚਾਰ ਕੀਤੀ ਸੀ ਔਰ ਇਹ ਇੱਕ ਦੋ ਤੁਕਾਂ ਦੀ ਵਿਚਾਰ ਆਪਾਂ ਅੱਜ ਦੁਬਾਰਾ ਰਿਪੀਟ ਕਰਦੇ ਹਾਂ ਤਾਂ ਕਿ ਜੋ ਸੱਜਣ ਅੱਜ ਜੁੜੇ ਨੇ ਉਹਨਾਂ ਨੂੰ ਇਹ ਸ਼ਬਦ ਦਾ ਪਤਾ ਲੱਗ ਜਾਏ। ਆਹ ਸ਼ਬਦ ਸੀ, ਪਾਠ ਪੜ੍ਹੇ ਨਾ ਬੁੱਝੇ ਭੇਖੀ ਭਰਮ ਭੁਲਾਏ। ਇਹ ਸ੍ਰੀ ਰਾਗ ਮਹੱਲਾ ਤੀਜਾ ਪੰਨਾ ਨੰਬਰ 66, ਗੁਰੂ ਅਮਰਦਾਸ ਪਾਤਸ਼ਾਹ ਦੀ ਬਖਸ਼ਿਸ਼। ਹੁਣ ਇੱਥੇ ਪਾਠ ਦੇ ਠੱਠੇ ਨੂੰ ਔਂਕੜ ਹੈ। ਜੇ ਕੇਵਲ ਪਾਠ ਹੀ ਕਰਨੇ ਆ, ਜੇ ਕੇਵਲ ਤੇ ਕੇਵਲ ਪਾਠ ਕਰਨੇ ਆ ਵੀ ਮੈਂ ਅੱਜ ਜਪਜੀ ਸਾਹਿਬ ਦੇ 5 ਪਾਠ ਕਰਨੇ ਆ, ਇਹ ਧਾਰ ਲੈਂਦਾ ਬੰਦਾ। ਮੈਂ ਅੱਜ ਸੁਖਮਨੀ ਸਾਹਿਬ ਦੇ 5 ਪਾਠ ਕਰਨੇ ਆ, ਬੰਦਾ ਧਾਰ ਲੈਂਦਾ। ਪਾਠ ਪੜ੍ਹੇ ਨਾ ਬੁੱਝੇ, ਕਿਉਂਕਿ ਉਹ ਬੰਦਾ ਸੋਚਦਾ ਹੈ ਕਿ ਮੈਂ ਪਾਠ ਕਰ ਲਿਆ, ਆਮ ਸੇਫ ਨਾਓ, ਮੈਂ ਪਾਠ ਕਰ ਲਿਆ, ਮੈਂ ਆਪਣੀ ਡਿਊਟੀ ਪੂਰੀ ਕਰ ਦਿੱਤੀ ਹੈ। ਪਰ ਸਿੱਖ ਦਾ ਫਰਜ਼ ਹੈ ਕਿ ਬੁੱਝਣਾ ਪਾਠ ਦੇ ਵਿੱਚੋਂ ਗੱਲ ਕੀ ਕਹਿ ਰਹੇ ਪਾਤਸ਼ਾਹ। ਉਹ ਕਹਿ ਰਹੇ ਪਾਠ ਪੜ੍ਹੈ, ਠੀਕ ਹੈ, ਕਹਿੰਦੇ ਤੁਸੀਂ ਪੜ੍ਹ ਰਹੇ ਆ, ਨਾ ਬੁੱਝਈ ਭੇਖੀ ਭਰਮ ਭੁਲਾਏ। ਪਾਠ ਪੜ੍ਹੇ ਨਾ ਬੁੱਝਈ, ਜਿਹੜੀ ਚੀਜ਼ ਬੁੱਝਣੀ ਹੈ ਉਹ 5 ਜਾਂ 10 ਜਾਂ 15 ਜਾਂ 21 ਜਾਂ 50 55 40 ਜਿੰਨੇ ਵੀ ਪਾਠ ਕਰਕੇ ਉਹ ਸਮਝ ਨਹੀਂ ਆਏਗੀ। ਕੇਵਲ ਇੱਕ ਪਾਠ ਕਰਕੇ ਵੀ ਉਹ ਗੱਲ ਸਮਝ ਆ ਸਕਦੀ ਹੈ ਜੇ ਬਹੁਤ ਧਿਆਨ ਨਾਲ ਆਪਣੇ ਗੁਰਬਾਣੀ ਗੁਰੂ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਪਹਿਰਾਵਾ ਬਣਾ ਲਾਂਗੇ ਆਪਣਾ ਕਿ ਅਸੀਂ ਬੜੇ ਧਾਰਮਿਕ ਆ ਜੀ। ਸੋ ਜਿਹੜਾ ਬੰਦਾ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਪੜ੍ਹਦਾ ਹੈ ਉਹ ਗੁਰਬਾਣੀ ਦੇ ਭੇਦ ਨੂੰ ਨਹੀਂ ਸਮਝ ਪਾਏਗਾ। ਪਾਠ ਪੜ੍ਹੇ ਨਾ ਬੁੱਝੇ, ਪਾਤਸ਼ਾਹ ਆਪ ਬਖਸ਼ਿਸ਼ ਕਰ ਰਹੇ। ਧਾਰਮਿਕ ਭੇਖਾਂ ਦੇ ਨਾਲ ਸਗੋਂ ਉਹ ਬੰਦਾ ਭਟਕ ਜਾਏਗਾ, ਕੁਰਾਏ ਪੈ ਜਾਏਗਾ, ਭਰਮ ਦੇ ਵਿੱਚ ਪੈ ਜਾਏਗਾ, ਮਾਇਆ ਦੇ ਵਿੱਚ ਫਸ ਜਾਏਗਾ। ਫਿਰ ਕਹਿੰਦੇ ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਗੁਰੂ ਦੀ ਮੱਤ ਤੇ ਚੱਲ ਕੇ ਉਸ ਸ਼ਬਦ ਦਾ ਪਤਾ ਲੱਗਦਾ ਹੈ, ਉਸ ਗੁਰੂ ਦਾ ਪਤਾ ਲੱਗਦਾ ਹੈ। ਤੇ ਜਿਹੜੀ ਮਨੁੱਖ ਦੀ ਜੀਭ ਹੈ ਉਹਦੇ ਵਿੱਚ ਉਸ ਨਾਮ ਦਾ, ਸ਼ਬਦ ਦੇ ਅਭਿਆਸ ਦਾ ਸਵਾਦ ਟਿਕਿਆ ਰਹਿੰਦਾ ਹੈ, ਪਰਮਾਨੈਂਟ। ਇਹ ਬੁੱਝਣਾ ਹੈ ਅਸੀਂ ਪਾਠ ਚੋਂ। ਹੁਣ ਅਸੀਂ ਚੌਥਾ ਸਾਡਾ ਸ਼ਬਦ ਹੈ ਪੰਨਾ ਨੰਬਰ 143 ਦੇ ਉੱਤੇ। ਉਹ ਹੈ ਬੋਲਾ ਜੇ ਸਮਝਾਈ ਹੈ, ਪੜ੍ਹੀਏ ਸਿਮਰਤ ਪਾਠ, ਅੰਧਾ ਚਾਨਣ ਰੱਖੀਐ ਦੀਵੇ ਬਲੇ 50। ਹੁਣ ਆਓ ਆਪਾਂ ਇਸ ਸ਼ਲੋਕ ਦੀ, ਇਹ ਮਹੱਲੇ ਪਹਿਲੇ ਦੀ ਬਾਣੀ ਹੈ, ਪੋਥੀ ਪੰਨਾ ਨੰਬਰ 143, ਇਹਦੀ ਆਪਾਂ ਅੱਜ ਵਿਚਾਰ ਕਰਾਂਗੇ ਵੀ ਇਹਦੇ ਚ ਪਾਠ ਦਾ ਕੀ ਸੰਕਲਪ ਹੈ, ਇਹਦੇ ਚ ਪਾਠ ਨੂੰ ਕੀ ਕਿਹਾ ਗਿਆ। ਹੁਣ ਇਹ ਜਿਹੜਾ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ, ਇਹਦੇ ਵਿੱਚ ਸੁਭਾਅ ਦੇ ਮੁਤਾਬਕ ਨਿਰਣੇ ਨੇ। ਜਿਹੜੀ ਜਿਹੜੀ ਚੀਜ਼ ਦਾ ਨਾਮ ਆਇਆ ਉਹਦੇ ਸੁਭਾਅ ਦੇ ਮੁਤਾਬਕ ਨਿਰਣਾ ਕੀਤਾ ਗਿਆ। ਬੜੇ ਧਿਆਨ ਨਾਲ ਸਰਵਣ ਕਰਨਾ ਕਿਉਂਕਿ ਅਸੀਂ ਹੁਣ 2 ਸਾਲ ਤੋਂ ਇਹ ਬੈਠਕਾਂ ਕਰ ਰਹੇ ਹਾਂ ਔਰ ਕਾਫੀ ਚੀਜ਼ਾਂ ਸੰਗਤ ਦੇ ਸਾਹਮਣੇ ਅਸੀਂ ਰੱਖੀਆਂ ਨੇ ਔਰ ਇਹਨਾਂ ਦੇ ਬਾਰੇ ਆਪਾਂ ਨੂੰ ਪਤਾ ਵੀ ਲੱਗ ਚੁੱਕਾ। ਸੋ ਆਓ ਹੁਣ ਆਪਾਂ ਇਹ ਦੇਖੀਏ ਇਹਦੇ ਚ ਮਹੱਲੇ ਪਹਿਲੇ ਦਾ ਕੀ ਸੰਕਲਪ ਹੈ। ਮੈਂ ਪਹਿਲਾਂ ਦੱਸ ਆਇਆ ਕਿ ਜਪ ਬਾਣੀ ਦੇ ਵਿੱਚ
ਔਰ ਉਸ ਤੋਂ ਬਾਅਦ ਪਿਛਲਾ ਅਸੀਂ ਸ਼ਬਦ ਵਿਚਾਰਿਆ ਹੈ ਔਰ ਫਿਰ ਆਪਾਂ ਇਸ ਦੇ ਉੱਤੇ ਆਏ ਹਾਂ। ਇਸ ਤੋਂ ਬਾਅਦ ਸਾਡੇ ਕੋਲ ਤਕਰੀਬਨ 24 ਸ਼ਬਦ ਨੇ ਔਰ ਆਪਾਂ ਉਹਨਾਂ ਚੋਂ ਨਿਰਣਾ ਕੱਢਣਾ ਹੈ। ਪੜ੍ਹ ਕੇ ਆਪਾਂ ਰਿਜ਼ਲਟ ਕੱਢਣਾ ਹੈ ਕਿ ਅਸੀਂ ਕੰਮ ਕਿਹੜਾ ਕਰਨਾ ਹੈ ਔਰ ਅਸੀਂ ਕੰਮ ਕਿਹੜੇ ਕਰ ਰਹੇ ਹਾਂ। ਉਹ ਠੀਕ ਨੇ, ਉਹ ਕਰਤੇ ਪੁਰਖ ਨਾਲ ਸਾਡਾ ਮਿਲਾਪ ਕਰਨਗੇ ਜਾਂ ਸਾਡੇ 'ਚ ਕੋਈ ਤਬਦੀਲੀ ਆਏਗੀ। ਇਹ ਆਪਾਂ ਸਾਰੀਆਂ ਡਿਸਕਸ਼ਨਸ ਇਹਨਾਂ ਬੈਠਕਾਂ ਦੇ ਵਿੱਚ ਰੱਖਾਂਗੇ। ਸੋ ਇਸ ਸ਼ਲੋਕ ਦੇ ਵਿੱਚ ਸੁਭਾਅ ਦੇ ਮੁਤਾਬਕ ਨਿਰਣੇ ਨੇ। ਪਹਿਲੀ ਲਾਈਨ, ਮਹੱਲਾ ਪਹਿਲਾ ਸ਼ਲੋਕ, ਕਹਿੰਦੇ ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਹੁਣ ਇੱਥੇ ਇਹ ਗੱਲ ਸਮਝਣੀ ਆ, ਅਸੀਂ ਇਹਦੇ ਚੋਂ ਬੁੱਝਣਾ ਹੈ। ਇਹਦੇ ਚੋਂ ਰਿਜ਼ਲਟ ਸਿਰਫ ਇਹਨਾਂ ਨਿਕਲਦਾ ਹੈ ਕਿ ਮੱਛੀ ਨੂੰ ਤਰਨਾ ਸਿਖਾਉਣ ਦੀ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਉਹਨੂੰ। ਮੱਛੀ ਜਿਹੜੀ ਆ ਉਹਦਾ ਸੁਭਾਅ ਹੈ, ਉਹਨੇ ਪਾਣੀ 'ਚ ਹੀ ਜੰਮਣਾ ਤੇ ਪਾਣੀ 'ਚ ਉਹਨੇ ਤਰਨਾ ਸ਼ੁਰੂ ਕਰ ਦੇਣਾ। ਇਸੇ ਤਰ੍ਹਾਂ ਜਿਹੜਾ ਪੰਖੀ ਹੈ ਉਹਨੂੰ ਆਕਾਸ਼ ਵਿੱਚ ਉੱਡਣ ਦੀ ਟ੍ਰੇਨਿੰਗ ਦੀ ਕੋਈ ਲੋੜ ਨਹੀਂ ਹੈ। ਉਹਨੇ ਪੈਦਾ ਹੋਣਾ, ਉਹਦਾ ਸੁਭਾਅ ਹੈ ਕਿਉਂਕਿ ਉਹਨੇ ਉੱਡਣਾ ਹੀ ਹੈ ਆਕਾਸ਼ ਵਿੱਚ। ਕਰਤੇ ਪੁਰਖ ਨੇ ਉਹ ਜੋਨ ਹੀ ਐਸੀ ਸਾਜੀ ਹੈ। ਸੋ ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਇਹਦੇ ਬੜੇ ਮੀਨਿੰਗ ਇਹਦੇ ਡਿਫਰੈਂਟ ਜੇ ਉਹਨਾਂ ਨੇ ਲਿਖੇ ਨੇ, ਪਰ ਇਹ ਸਿਰਫ ਸੁਭਾਅ ਦੇ ਮੁਤਲਕ ਗੱਲਾਂ ਨੇ। ਜਦੋਂ ਆਪਾਂ ਸਾਰਾ ਇਹ ਸ਼ਲੋਕ ਪੜ੍ਹਨਾ, ਸਾਡੇ ਐਨ ਗੱਲ ਸਮਝ ਵਿੱਚ ਆ ਜਾਣੀ। ਸੋ ਮੱਛੀ ਨੇ ਪਾਣੀ 'ਚ ਪੈਦਾ ਹੋਣਾ, ਉਹਨੂੰ ਤਰਨ ਦੀ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਹੈ। ਜਿਹੜਾ ਪੰਖੀ ਹੈ ਉਹਨੇ ਸੁਭਾਅ ਦੇ ਮੁਤਾਬਕ ਉਹਨੂੰ ਉੱਡਣਾ ਸਿੱਖਣ ਦੀ ਲੋੜ ਨਹੀਂ ਹੈ, ਉਹਨੇ ਉੱਡਣਾ ਸ਼ੁਰੂ ਕਰ ਹੀ ਦੇਣਾ। ਦੂਜੀ ਲਾਈਨ, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਪੱਥਰ ਨੂੰ ਪਾਲਾ ਨਹੀਂ ਲੱਗਣਾ। ਪੱਥਰ ਨਹੀਂ, ਆਪਾਂ ਕਹਿ ਦਿੰਦੇ ਵੀ ਬੰਦਾ ਬੜਾ ਪੱਥਰ ਦੇ ਲੈ ਦੇ ਤੇ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਸੋ ਪੱਥਰ ਨੂੰ ਪਾਲਾ ਨਹੀਂ ਲੱਗਣਾ ਔਰ ਖੁਸਰਾ ਜਿਹੜਾ ਹੈ ਉਹ ਕਦੇ ਵੀ ਆਪਣੀ ਗ੍ਰਹਿ ਗ੍ਰਸਤੀ ਨਹੀਂ ਬਣਾ ਸਕਦਾ। ਸੱਚ ਹੈ, ਅਸਲੀਅਤ ਹੈ, ਕੋਈ ਇਸ 'ਚ ਬੁਰਾਈ ਨਹੀਂ ਹੈ, ਕਿਉਂਕਿ ਪਾਤਸ਼ਾਹ ਨੇ ਜ਼ਿਕਰ ਕੀਤਾ ਖੁਸਰੇ ਕਿਆ ਘਰ ਵਾਸ। ਇਹ ਸੁਭਾਅ ਦੇ ਮੁਤਲਕ ਜਿਹੜੀਆਂ ਗੱਲਾਂ ਨੇ, ਬੜੀਆਂ ਈਜ਼ੀਲੀ, ਬਹੁਤ ਈਜ਼ੀ ਆਪਾਂ ਇਹ 'ਚੋਂ ਬੁੱਝਣਾ ਹੈ, ਬੜਾ ਸੌਖਾ ਕੰਮ ਹੈ। ਫਿਰ ਉਹਦੇ ਬਾਅਦ ਤੀਜੀ ਲਾਈਨ ਹੈ, ਕਹਿੰਦੇ ਕੁੱਤੇ ਚੰਦਨ ਲਾਈਐ, ਭੀ ਸੋ ਕੁੱਤੀ ਧਾਤ। ਕੁੱਤੇ ਨੂੰ ਕਹਿੰਦੇ ਨਵਾ ਦਿਓ ਭਾਵੇਂ ਚੰਦਨ ਦੇ ਨਾਲ, ਉਹ ਕੁੱਤਾ ਹੀ ਰਹਿਣਾ, ਉਹਨੇ ਕੁੱਤਾ ਹੀ ਰਹੂਗਾ। ਕਿਸੇ ਅਖੀਰ ਤੇ ਆਪਾਂ ਰਿਜ਼ਲਟ ਕੱਢਦੇ ਹਾਂ ਵੀ ਇਹ ਚੀਜ਼ਾਂ ਕਿਉਂ ਲਿਖੀਆਂ ਨੇ ਸੁਭਾਅ ਦੇ ਮਤਲਬ। ਕੁੱਤੇ ਨੂੰ ਚੰਦਨ ਲਾ ਕੇ, ਭਾਵੇਂ ਸੁਗੰਧੀ ਲਾ ਕੇ ਉਹਨੂੰ ਸੋਹਣਾ ਬਣਾ ਦਿਓ, ਪਰ ਰਹਿਣਾ ਉਹਨੇ ਕੁੱਤਾ ਹੀ ਹੈ। ਹੁਣ ਬੋਲਾ ਜੇ ਸਮਝਾਈਐ, ਪੜ੍ਹੀਐ ਸਿਮਰਤ ਪਾਠ। ਬੋਲੇ ਨੂੰ ਸੁਣਦਾ ਨਹੀਂ, ਉਹਦਾ ਸੁਭਾਅ ਹੈ, ਤੇ ਉਹ ਸਮਝੇਗਾ ਕੀ, ਨਥਿੰਗ। ਬੋਲਾ ਸਮਝ ਨਹੀਂ ਸਕਦਾ ਆਪਣੇ ਸੁਭਾਅ ਦੇ ਮੁਤਾਬਕ। ਜਿੰਨੇ ਮਰਜ਼ੀ ਉਹਦੇ ਆਲੇ ਦੁਆਲੇ ਪਾਠਾਂ ਦੀਆਂ ਲੜੀਆਂ ਸ਼ੁਰੂ ਕਰੀ ਜਾਓ, ਨਿਤਨੇਮ ਕਰੀ ਜਾਓ ਜਾਂ ਹੋਰ ਪਾਠ ਕਰੀ ਜਾਓ, ਉਹਨੂੰ ਗੱਲ ਦਾ ਪਤਾ ਨਹੀਂ ਲੱਗੇਗਾ, ਕਿਉਂਕਿ ਉਹਨੇ ਸੁਣਿਆ ਨਹੀਂ ਕਦੇ। ਉਹਦਾ ਸੁਭਾਅ ਹੈ, ਉਹ ਸੁਣ ਨਹੀਂ ਸਕਦਾ। ਸੋ ਇੱਥੋਂ ਹੁਣ ਅਸੀਂ ਰਿਜ਼ਲਟ ਕੱਢਣਾ ਹੈ ਕਿ ਅਸੀਂ ਕਰਨਾ ਕੀ ਹੈ। ਅਸੀਂ ਕਰਨਾ ਕੀ ਹੈ? ਸਾਡਾ ਜਿਹੜਾ ਫਰਜ਼ ਹੈ ਉਹ ਹੈ ਸਮਝੈ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੈ ਸਾਚ ਸੰਭਾਲੈ, ਬਿਨ ਸਾਚੇ ਜਗ ਕਾਚਾ। ਅਸੀਂ ਗੁਰਬਾਣੀ ਦਾ ਪਾਠ ਦਾ ਤਰੀਕਾ ਕੀ ਹੈ? ਗੁਰਬਾਣੀ ਦੇ ਪਾਠ ਦਾ ਤਰੀਕਾ ਕੀ ਹੈ? ਅਸੀਂ ਪੜ੍ਹਨਾ ਹੈ ਪਾਠ, ਪਰ ਅਸੀਂ ਉਹਦੇ ਚੋਂ ਭੇਦ ਕੱਢਣੇ ਨੇ, ਉਹਦੇ ਚੋਂ ਅਸੀਂ ਸਾਰ ਕੱਢਣਾ ਹੈ, ਉਹਦੇ ਚੋਂ ਅਸੀਂ ਤੱਤ ਵਸਤੂ ਕੱਢਣੀ ਹੈ।
ਅਸੀਂ ਸਮਝਣਾ ਹੈ, ਅਸੀਂ ਮਨ ਨੂੰ ਸੋਝੀ ਦੇਣੀ ਹੈ, ਪੜ੍ਹ ਕੇ, ਪਾਠ ਕਰਕੇ, ਬਾਰ-ਬਾਰ ਜੇ ਨਹੀਂ ਸਮਝ ਆ ਰਿਹਾ, ਜੇ ਕਿਤੇ ਫਰਜ਼ ਕਰ ਲਓ ਨਹੀਂ ਸਮਝ ਆ ਰਿਹਾ, ਸਾਡੇ ਬਜ਼ੁਰਗ ਕਹਿੰਦੇ ਸੀ ਕਿ ਬੰਦ ਕਰ ਦਿਓ, ਨਾਮ 'ਚ ਜੁਟ ਜਾਓ, ਨਾਮ ਅਭਿਆਸ ਕਰੋ, ਕਰਤਾ ਪੁਰਖ ਆਪੇ ਸੋਝੀ ਪਾਏਗਾ। ਜੇ ਤੁਹਾਡੇ ਅੰਦਰ ਚਾਹ ਹੈ, ਜਿੱਥੇ ਚਾਹ ਉੱਥੇ ਰਾਹ। ਸੋ ਪੜ੍ਹ ਕੇ ਬੁੱਝਣਾ ਇਹੀ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ ਜਿਹੜਾ ਵਿਆਪਕ ਪਰਮਾਤਮਾ ਹੈ ਉਹ ਸਾਡੇ ਅੰਦਰ ਹੀ ਹੈ, ਅੰਤੇ ਨਿਰੰਤਰੇ ਸੱਚ ਆ। ਗੁਰਮੁਖੀ ਦੇਖਿਆ, ਗੁਰਮੁਖ ਸਿਸਟਮ 'ਚ ਆ ਕੇ ਅਸੀਂ ਉਸ ਨੂੰ ਦੇਖ ਸਕਦੇ ਹਾਂ। ਕਿਸ ਤਰ੍ਹਾਂ? ਸਾਚ ਸਮਲ ਹੈ, ਸ਼ਬਦ ਦਾ ਜਪਣਾ, ਨਾਮ ਦਾ ਅਭਿਆਸ। ਕਹਿੰਦੇ ਬਿਨ ਸਾਚੇ ਜਗ ਕਾਚਾ। ਜੇ ਇਹ ਨਾਮ ਦਾ ਅਭਿਆਸ ਨਹੀਂ ਹੈ ਤੇ ਕੱਖ ਨਹੀਂ ਹੈ। ਇਹ ਜਿਹੜੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਅਸੀਂ ਜ਼ਾਇਆ ਕਰ ਲਾਂਗੇ, ਵੇਸਟ ਕਰ ਲਾਂਗੇ ਆਪਣਾ ਜਨਮ। ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕੇਗਾ। ਇਹੀ ਰਿਜ਼ਲਟ ਹੈ, ਇਹੀ ਸਾਨੂੰ ਇਹਦੇ ਚੋਂ ਗਿਆਨ ਮਿਲਦਾ। ਸੋ ਬੋਲਾ ਜੇ ਸਮਝਾਈਏ, ਪੜ੍ਹੀਏ ਸਿਮਰਤ ਪਾਠ। ਹੁਣ ਜਿਹੜੇ ਬੰਦੇ ਨੂੰ ਸੁਣਦਾ ਹੀ ਨਹੀਂ ਹੈ, ਜਿੰਨਾ ਮਰਜ਼ੀ ਪਾਠ ਉਹਦੇ ਆਲੇ ਦੁਆਲੇ ਕਰੀ ਜਾਓ, ਉਹਨੂੰ ਇਹ ਗਿਆਨ ਦਾ ਪਤਾ ਨਹੀਂ ਲੱਗਦਾ। ਅਗਲੀ ਗੱਲ, ਅਗਲੀ ਲਾਈਨ 'ਚ ਕੀ ਕਹਿੰਦੇ? ਸੌਰੀ, ਅਗਲੀ ਲਾਈਨ 'ਚ ਉਹ ਕਹਿ ਰਹੇ ਹੈ, ਅੰਧਾ ਚਾਨਣ ਰੱਖੀਐ ਦੀਵੇ ਬੜੇ 50। ਅੰਨੇ ਅੱਗੇ ਜਿੰਨਾ ਮਰਜ਼ੀ ਚਾਨਣ ਕਰ ਦਿਓ, ਉਸ ਨੂੰ ਚਾਨਣ ਨਹੀਂ ਮਿਲੇਗਾ, ਕਿਉਂਕਿ ਉਹਦਾ ਸੁਭਾਅ ਨਹੀਂ ਹੈ, ਉਹਦੀ ਅੱਖਾਂ 'ਚ ਰੌਸ਼ਨੀ ਨਹੀਂ ਹੈ ਕਿ ਜਿਹੜਾ ਉਸ ਚਾਨਣ ਨੂੰ ਦੇਖ ਸਕੇ। ਅਗਲੀ ਗੱਲ, ਚੌਣੇ ਸੋਨਾ ਪਾਈਐ। ਚੌਣਾ ਕਹਿੰਦੇ ਆ ਡੰਗਰਾਂ ਦੇ ਵੱਗ ਨੂੰ। ਜਿੱਦਾਂ ਮੱਝਾਂ ਰੱਖੀਆਂ ਹੋਣ ਨਾ 30-40, ਉਹਨੂੰ ਚੌਣਾ ਕਹਿੰਦੇ ਆ। 10-15 ਮੱਝਾਂ ਨੂੰ ਵੀ ਚੌਣਾ ਕਹਿ ਦਿੰਦੇ ਆ। ਵੱਗ, ਇਹਦਾ ਜਿਹੜਾ ਪ੍ਰਚਲਿਤ ਲਫ਼ਜ਼ ਹੈ ਪੰਜਾਬੀ ਲੈਂਗੁਏਜ ਦਾ, ਉਹ ਹੈ ਵੱਗ, ਡੰਗਰਾਂ ਦਾ ਵੱਗ। ਉਹ ਡੰਗਰਾਂ ਦੇ ਵੱਗ ਦੇ ਅੱਗੇ ਸੋਨਾ ਪਾ ਦਿਓ ਭਾਵੇਂ, ਪਰ ਉਹ ਕੀ ਕਰਨਗੇ? ਉਹਨਾਂ ਦਾ ਸੁਭਾਅ ਹੈ ਉਹ ਘਾਹ ਹੀ ਖਾਣਗੇ ਚੁਣ ਚੁਣ ਕੇ, ਸੋਨਾ ਨਹੀਂ ਖਾਣਗੇ ਉਹ। ਅੱਛਾ, ਲੋਹਾ ਮਾਰਨ ਪਾਈਐ ਢਹਿ ਨਾ ਹੋਏ ਕਪਾਸ। ਲੋਹੇ ਦਾ ਸੁਭਾਅ ਕੀ ਹੈ? ਲੋਹਾ ਸਖਤ ਹੈ, ਉਹ ਕਦੇ ਵੀ ਕਪਾਹ ਵਰਗਾ ਨਰਮ ਨਹੀਂ ਹੋ ਸਕਦਾ, ਰੂੰ ਵਰਗਾ ਨਰਮ ਨਹੀਂ ਹੋ ਸਕਦਾ। ਹੁਣ ਨਾਨਕ ਜੋਤ ਕੀ ਰਿਜ਼ਲਟ ਕੱਢਦੇ ਆ? ਸ਼ਲੋਕ ਇੱਥੇ ਖਤਮ ਹੋ ਰਿਹਾ, ਕਹਿੰਦੇ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮੂਰਖ ਜਿਹੜਾ ਹੈ ਉਹ ਆਪਣਾ ਸੁਭਾਅ ਕਦੇ ਨਹੀਂ ਛੱਡਦਾ। ਮੂਰਖ ਆਪਣਾ ਸੁਭਾਅ ਕਦੇ ਨਹੀਂ ਛੱਡਦਾ। ਇਹ ਮੂਰਖ ਦਾ ਸੁਭਾਅ ਹੈ, ਜਿੰਨੀ ਮਰਜ਼ੀ ਉਹਨੂੰ ਮੱਤ ਦਿਓ, ਉਹ ਜਦੋਂ ਵੀ ਬੋਲਦਾ ਹੈ ਉਹ ਨੁਕਸਾਨਦਾਇਕ ਹੈ, ਉਹ ਵਿਨਾਸ਼ਕਾਰੀ ਹੈ, ਕਿਉਂਕਿ ਮੂਰਖ ਨੇ ਹਮੇਸ਼ਾ ਪੁੱਠੀ ਗੱਲ ਕਰਨੀ ਹੈ। ਇਸ ਕਰਕੇ ਮੂਰਖ ਨੂੰ ਸਮਝਾਉਣ ਦਾ ਫਾਇਦਾ ਨਹੀਂ। ਹੁਣ ਅਸੀਂ ਇਹ ਡਿਸਾਈਡ ਕਰਨਾ ਕਿ ਗੁਰਬਾਣੀ ਪੜ੍ਹ ਕੇ ਵੀ ਅਸੀਂ ਮੂਰਖਤਾ ਕਰੀ ਜਾਣੀ ਹੈ। ਕੀ ਅਸੀਂ ਮੂਰਖ ਹਾਂ? ਕਿ ਸਾਨੂੰ ਗੱਲ ਸਮਝ ਨਹੀਂ ਆ ਰਹੀ ਜਿਹੜੀ ਗੁਰਬਾਣੀ 'ਚ ਇੰਨੀ ਵਾਰੀ ਰਿਪੀਟ ਕੀਤੀ ਗਈ ਹੈ? 1429 ਸਫ਼ੇ ਨੇ, 1429 ਸਫ਼ਿਆਂ ਦੇ ਵਿੱਚ ਹਜ਼ਾਰਾਂ ਵਾਰੀ ਇਹ ਕਿਹਾ ਗਿਆ ਵੀ ਭਾਈ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਨਾਮ ਜਪੋ ਮੇਰੇ ਸਾਜਨ ਸੈਨਾ। ਇਹ ਕਿਉਂ ਕਿਹਾ ਗਿਆ? ਕੀ ਇਹਦਾ ਮਕਸਦ ਹੈ? ਕੀ ਅਸੀਂ ਮੂਰਖ ਹਾਂ? ਅਸੀਂ ਇਸ ਗੱਲ ਨੂੰ ਐਕਸੈਪਟ ਨਹੀਂ ਕਰ ਰਹੇ? ਖਿਮਾ ਕਰਿਓ ਮੈਨੂੰ, ਖਿਮਾ ਕਰਿਓ ਮੈਨੂੰ। ਇਹ ਅੰਦਰੋਂ ਹੂਕ ਨਿਕਲਦੀ ਹੈ ਕਿ ਸਾਨੂੰ ਇਹਨਾਂ ਨੇ ਅੱਖਾਂ ਹੁੰਦਿਆਂ ਹੋਇਆਂ ਅੰਨ੍ਹਿਆ ਕਰਤਾ, ਦਿਮਾਗ ਹੁੰਦਿਆਂ ਹੋਇਆਂ ਸਾਨੂੰ ਮੂਰਖ ਬਣਾ ਦਿੱਤਾ ਵੀ ਪਾਠ ਕਰੀ ਜਾਓ,
ਪਾਠ ਕਰਨਾ ਰਿਕਮੈਂਡਡ ਨਹੀਂ ਹੈ ਕਿਤੇ ਵੀ ਗੁਰਬਾਣੀ 'ਚ। ਕੋਈ ਵੀ ਸੱਜਣ ਇਸ ਚੀਜ਼ ਤੇ ਖੋਜ ਕਰਕੇ ਇੱਥੇ ਡਿਸਕਸ਼ਨ ਕਰ ਸਕਦਾ। ਗੁਰਬਾਣੀ ਪੜ੍ਹਨੀ ਹੈ ਅਸੀਂ, ਮੇਰੇ ਭਾਵਨਾ ਨੂੰ ਸਮਝਿਓ। ਗੁਰਬਾਣੀ ਅਸੀਂ ਪੜ੍ਹਨੀ ਹੈ, ਇੱਕ ਵਾਰੀ ਪੜ੍ਹੋ, 10 ਵਾਰੀ ਪੜ੍ਹੋ, ਸਾਡਾ ਗੁਰੂ ਹੈ ਗੁਰਬਾਣੀ। ਲੇਕਿਨ ਇਹ ਨਾ ਸੋਚੋ ਕਿ ਅੱਜ ਜਪਜੀ ਸਾਹਿਬ ਦੇ 5 ਪਾਠ ਕਰਨੇ, ਅੱਜ ਸੁਖਮਨੀ ਸਾਹਿਬ ਦੇ 4 ਪਾਠ ਕਰਨੇ ਆ, ਮੈਂ ਚਲੀਆ ਕਰਨਾ, ਮੈਂ ਇਹ ਵੋ, ਉਹਦੇ ਨਾਲ ਕੱਖ ਨਹੀਂ ਮਿਲਣਾ। ਉਹ ਪਖੰਡ ਹੈ, ਨਿਰਾ ਪਖੰਡ ਹੈ। ਕਈ ਸੱਜਣ ਸਹਿਜ ਪਾਠ ਕਰਦੇ ਆ, ਬਹੁਤ ਅੱਛੀ ਗੱਲ ਹੈ। ਹੌਲੀ ਹੌਲੀ ਪਾਠ ਕਰਨਾ ਇਹ ਮੇਰਾ ਆਪਣਾ ਪਰਸਨਲ ਜਿਹੜਾ ਹੈ, ਇਹ ਫੇਵਰੇਟ ਚੀਜ਼ ਹੈ ਕਿ ਗੁਰਬਾਣੀ ਦਾ ਸਹਿਜ ਪਾਠ ਕਰੋ, ਬਜਾਏ ਰੋਜ਼ ਇੱਕੋ ਬਾਣੀ ਪੜ੍ਹਨ ਦੇ। ਗੁਰਬਾਣੀ ਦਾ ਸਹਿਜ ਪਾਠ ਕਰੋ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਾਓ, ਹੌਲੀ ਹੌਲੀ ਆਰਾਮ ਨਾਲ। ਦੇਖੋ ਦੇਖੋ ਤੁਹਾਡੇ ਅੰਦਰ ਚੇਂਜ ਆਏਗੀ। ਜੇ ਸਾਡੇ ਸੁਭਾਅ ਦੇ ਵਿੱਚ ਚੇਂਜ ਨਹੀਂ ਆਈ, ਅਸੀਂ ਸਮਝੋ ਕੱਖ ਨਹੀਂ ਕੀਤਾ। ਔਰ ਮਹਾਰਾਜ ਤੇ ਇੱਥੋਂ ਤੱਕ ਮਹਾਰਾਜ ਨੇ ਕਹਿਤਾ ਕਿ ਜਿਹੜੇ ਬੰਦੇ ਪਾਠ ਕਰਦੇ ਆ ਨਾ, ਰੋਜ਼ ਗੁਰਬਾਣੀ ਦਾ ਪਾਠ ਕਰਦੇ ਆ, ਉਹਨਾਂ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਦੇ ਮੁੱਕ ਹੀ ਨਹੀਂ ਸਕਦੇ। ਇਹ ਸ਼ਬਦ ਆਪਾਂ ਵਿਚਾਰ ਰਹੇ ਹਾਂ, ਲੇਕਿਨ ਇਸ ਲੜੀ ਦੇ ਵਿੱਚ ਆਪਾਂ ਇਹ ਸ਼ਬਦ ਫੇਰ ਵਿਚਾਰਾਂਗੇ। ਕੀ ਕਹਿੰਦੇ? ਮਹੱਲਾ ਪੰਜਵਾਂ, ਪੰਨਾ ਨੰਬਰ 642 ਤੇ ਸ਼ਬਦ ਹੈ, ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਕਹਿੰਦੇ ਪਾਠ ਵੀ ਬੜੇ ਕੀਤੇ, ਉਹਦੀ ਵਿਚਾਰ ਵੀ ਬੜੀ ਕੀਤੀ। ਨਿਵਲੀ ਕਰਮ, ਇਹ ਹਿੰਦੂਆਂ ਦੇ ਕੁੰਡਲਨੀ ਨਾੜੀ ਦੇ ਰਸਤੇ ਕੋਈ ਪ੍ਰਾਣ ਚੜਾਉਣ ਦੀ ਕਿਰਿਆ ਹੈ। ਇਹ ਆਪਾਂ ਜਦੋਂ ਸ਼ਬਦ ਵਿਚਾਰਾਂਗੇ ਪੂਰੀ ਡਿਟੇਲ ਦੇ ਵਿੱਚ ਇਸ ਚੀਜ਼ ਨੂੰ ਖੋਲਾਂਗੇ ਆਪਾਂ। ਅੱਛਾ, ਕਹਿੰਦੇ ਪਾਠ ਵੀ ਕੀਤੇ, ਉਹਦੇ ਵਿਚਾਰ ਵੀ ਕੀਤੇ, ਨਿਵਲ ਭੁਅੰਗਮ ਵੀ ਕੀਤੇ। ਪ੍ਰਾਣ ਚੜਾਉਣ ਦਾ ਕੰਮ ਵੀ ਸਾਹ ਹੀ ਰੋਕ ਲੈਂਦੇ ਆ, ਉਮਰ ਵਧਾ ਲੈਂਦੇ ਆ। ਕਹਿੰਦੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ। ਉਹ ਜਿਹੜੇ 5 ਜਨ ਚਿੰਬੜੇ ਪਏ ਆ ਸਾਨੂੰ, ਜਿਹੜੀ ਮਾਇਆ ਚਿੰਬੜੀ ਪਈ ਹੈ, ਉਹਦੇ ਨਾਲੋਂ ਸੰਗ ਹੀ ਨਹੀਂ ਛੁੱਟਿਆ। ਪਾਠ ਕਰਕੇ, ਗੁਰਬਾਣੀ ਪੜ੍ਹ ਕੇ ਵੀ ਉਹਦੇ ਨਾਲੋਂ ਸੰਗ ਨਹੀਂ ਛੁਟਕਿਆ। ਕਹਿੰਦੇ ਅਦਕ ਅਹੰਗ ਬੁੱਧ ਬਾਧੇ, ਕਹਿੰਦੇ ਹੋਰ ਸਗੋਂ ਮੈਲ ਚੜ ਗਈ। ਇਹਨਾਂ ਸਾਧਨਾ ਦੇ ਨਾਲ ਪੰਜਾਂ ਨਾਲੋਂ ਸਾਥ ਨਹੀਂ ਮੁੱਕ ਸਕਦਾ। ਜੇ ਪਾਠ ਪੜੋਗੇ, ਪਾਠ ਦੀ ਸਿਰਫ ਵਿਚਾਰ ਕਰੋਗੇ, ਅਮਲ ਨਹੀਂ ਕਰੋਗੇ, ਨਿਉਲੀ ਕਰਮ ਕਰੀ ਜਾਓਗੇ, ਤੇ ਹੋਰ ਹੰਕਾਰ ਚੜ ਜਾਣਾ ਵੀ ਅਸੀਂ ਬੜੇ ਧਾਰਮਿਕ ਕਰਮ ਕਰਨ ਵਾਲੇ ਬੰਦੇ ਆ। ਇਹ ਲੜੀ ਦੇ ਵਿੱਚ ਆਏਗੀ ਸ਼ਬਦ ਦੀ ਵਿਚਾਰ। ਅਸੀਂ ਪੰਨਾ ਬਾਏ ਪੰਨਾ ਚੱਲ ਰਹੇ ਹਾਂ ਸ਼ੁਰੂ ਤੋਂ। ਜਿੱਥੇ ਜਿੱਥੇ ਵੀ ਪਾਠ ਦਾ ਲਫ਼ਜ਼ ਆਇਆ, ਅਸੀਂ ਉਸ ਚੀਜ਼ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ। ਸੋ ਸਮਝੇ ਸੂਝੇ, ਪੜ ਪੜ ਬੂਝੇ, ਅੰਤ ਨਿਰੰਤਰੇ ਸਾਚਾ। ਸੋ ਇਹ ਸ਼ਲੋਕ ਦੇ ਵਿੱਚ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਆਪਣੇ ਆਪਣੇ ਸੁਭਾਅ ਦੇ ਮੁਤਾਬਕ ਸਾਰੇ ਜੂਨਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ। ਬੰਦੇ ਦੀ ਵੀ ਗੱਲ ਕੀਤੀ ਹੈ, ਬੋਲੇ ਦੀ ਗੱਲ ਕੀਤੀ ਹੈ, ਫਿਰ ਅੰਨੇ ਦੀ ਗੱਲ ਕੀਤੀ ਹੈ, ਫਿਰ ਮੂਰਖ ਦੀ ਗੱਲ ਕੀਤੀ ਹੈ। ਆਪਾਂ ਇਸ ਤੋਂ ਬਾਅਦ ਇੱਕ ਹੋਰ ਸ਼ਬਦ ਲੈਨੇ ਆ, ਛੋਟਾ ਜਿਹਾ, ਔਰ ਫਿਰ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਕਿ ਉਸ ਸ਼ਲੋਕ ਦੇ ਵਿੱਚ ਪਾਠ ਨੂੰ ਕੀ ਕਿਹਾ ਗਿਆ। ਆਈ ਹੋਪ ਕਿ ਆ ਜਿਹੜਾ ਸ਼ਲੋਕ ਹੈ ਸਾਰਾ ਸਾਡੇ ਸਮਝ ਆ ਗਿਆ। ਆਪਾਂ ਕੋਸ਼ਿਸ਼ ਕੀਤੀ ਹੈ ਇਹਨੂੰ ਚੰਗੀ ਤਰ੍ਹਾਂ ਵਿਚਾਰ ਕਰਨ ਦੀ, ਔਰ ਪਿੱਛੇ ਕਈ ਚਿਰ ਤੋਂ ਆਪਾਂ ਵਿਚਾਰ ਕਰਦੇ ਆ ਰਹੇ ਹਾਂ, ਔਰ ਹੁਣ ਮੇਰਾ ਖਿਆਲ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਆਓ ਆਪਾਂ ਹੁਣ ਅਗਲਾ ਸ਼ਬਦ ਲਈਏ, ਉਹ ਵੀ ਮਹੱਲੇ ਪਹਿਲੇ ਦਾ, ਪੰਨਾ ਨੰਬਰ 223 ਤੇ ਪਹੁੰਚੀਏ। ਉਹ ਸ਼ਬਦ ਹੈ ਅਧਿਆਤਮ ਕਰਮ ਕਰੇ ਤਾਂ ਸੱਚਾ। ਆ ਸ਼ਬਦ ਹੈ, ਹੋਪਫੁਲੀ ਸਾਰੇ ਦੇਖ ਰਹੇ ਨੇ ਇਹਨੂੰ। ਇਹ ਸ਼ਬਦ ਹੈ ਪੰਨਾ ਨੰਬਰ 223 ਤੇ, ਗੁਰੂ ਗ੍ਰੰਥ ਸਾਹਿਬ ਦਾ ਪੰਨਾ ਨੰਬਰ,
ਔਰ ਗੌੜੀ ਮਹੱਲਾ ਪਹਿਲਾ ਬਾਬੇ ਨਾਨਕ ਦੀ ਬਾਣੀ। ਇਹਦੇ ਚ ਕੀ ਕਹਿਣ ਦੀ ਕੋਸ਼ਿਸ਼ ਕਰਦੇ ਆ? ਮਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ। ਜੋ ਅਧਿਆਤਮਕ ਰੁਚੀ ਹੈ, ਹੁਣ ਅਸੀਂ ਮੂਰਖ ਨਹੀਂ ਬਣਨਾ, ਯਾਦ ਰੱਖਿਓ। ਪਿਛਲਾ ਸ਼ਬਦ ਅਸੀਂ ਬਿਲਕੁਲ ਸੁਭਾਅ ਦੇ ਮੁਤਲਕ ਗੱਲ ਕਰਕੇ ਆਏ ਆ। ਜਾਨਵਰਾਂ ਦਾ ਸੁਭਾਅ ਦੀ ਗੱਲ ਆਈ ਹੈ, ਮੱਛੀ, ਪੰਖੀ, ਕੁੱਤਾ, ਫਿਰ ਧਾਤਾਂ, ਲੋਹਾ, ਪੱਥਰ, ਫਿਰ ਬੰਦੇ ਦਾ ਜ਼ਿਕਰ ਆਇਆ, ਉਹਦੇ ਚ ਅੰਨੇ ਦਾ ਜ਼ਿਕਰ ਆਇਆ, ਬੋਲੇ ਦਾ ਜ਼ਿਕਰ ਆਇਆ, ਮੂਰਖ ਦਾ ਜ਼ਿਕਰ ਆਇਆ। ਹੁਣ ਸਾਡੇ ਕੋਲ ਮਨੁੱਖਾ ਜੂਨ ਹੈ, ਸਾਡੇ ਕੋਲ ਕਮਿਊਨੀਕੇਸ਼ਨ ਪਾਵਰ ਹੈ। ਅਸੀਂ ਬੋਲ ਕੇ, ਪੜ੍ਹ ਕੇ, ਵਿਚਾਰ ਕਰਕੇ ਨਤੀਜਾ ਕੱਢ ਸਕਦੇ ਹਾਂ, ਰਿਜ਼ਲਟ ਕੱਢ ਸਕਦੇ ਹਾਂ। ਅਸੀਂ ਡਿਫਰੈਂਸੀਏਸ਼ਨ ਕਰ ਸਕਦੇ ਹਾਂ ਵੀ ਆਹ ਚੀਜ਼ ਘਾਹ ਹੈ, ਆਹ ਚੀਜ਼ ਸੋਨਾ ਹੈ। ਲੇਕਿਨ ਡੰਗਰ ਨਹੀਂ ਕਰ ਸਕਦੇ, ਚੌਣਾ ਨਹੀਂ ਕਰ ਸਕਦਾ, ਡੰਗਰਾਂ ਦਾ ਵੱਗ ਨਹੀਂ ਕਰ ਸਕਦਾ। ਉਹਨੇ ਜਿੰਨਾ ਮਰਜ਼ੀ ਉਹਨੂੰ ਸੋਨਾ, ਮੋਤੀ, ਹੀਰੇ ਪਾ ਦਿਓ, ਉਹਨੇ ਘਾਹ ਹੀ ਖਾਣਾ ਉਹਦੇ ਚੋਂ। ਹੁਣ ਰੁਚੀ ਆਪਣੀ ਬਣਾਉਣੀ ਹੈ, ਇਹ ਸਾਡੇ ਹੱਥ ਹੈ। ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ। ਸਾਨੂੰ ਆਪਣੀ ਮਦਦ ਆਪ ਕਰਨੀ ਪਏਗੀ। ਸਾਨੂੰ ਆਪਣੀ ਮਦਦ ਆਪ ਕਰਨੀ ਪਏਗੀ। ਇਹਦੇ ਚ ਕੀ ਕਹਿੰਦੇ ਆ? ਅਧਿਆਤਮ ਕਰਮ ਕਰੇ ਤਾਂ ਸੱਚਾ। ਜੋ ਵੀ ਵਿਅਕਤੀ ਅਧਿਆਤਮ ਦੀ ਰੁਚੀ ਵਾਲਾ ਹੈ, ਉਹ ਹੀ ਰੱਬ ਤੱਕ ਪਹੁੰਚੇਗਾ। ਅਧਿਆਤਮ ਕਰਮ ਕਰੇ। ਜੋ ਮਨੁੱਖ ਆਤਮਿਕ ਜੀਵਨ ਨੂੰ ਉੱਚਾ ਕਰਨ ਵਾਲਾ ਕੰਮ ਕਰਦਾ ਹੈ, ਉਹ ਹੀ ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰੇਗਾ, ਉਹੀ ਉਸ ਪਰਮਾਤਮਾ ਤੱਕ ਪਹੁੰਚੇਗਾ। ਮੁਕਤ ਭੇਦ ਕਿਆ ਜਾਣੇ ਕਾਚਾ। ਕੱਚੇ ਨੂੰ ਨਹੀਂ ਪਤਾ ਲੱਗ ਸਕਦਾ, ਉਹ ਬੋਲਾ ਹੀ ਰਹੇਗਾ, ਅੰਨਾ ਹੀ ਰਹੇਗਾ, ਉਹ ਮੂਰਖ ਹੀ ਰਹੇਗਾ। ਮੁਕਤ ਪਦਾਰਥ ਦਾ ਕਦੇ ਵੀ ਕੱਚੇ ਨੂੰ ਨਹੀਂ ਪਤਾ ਲੱਗ ਸਕਦਾ। ਕੱਚਾ ਉਹ ਹੈ ਜਿਹੜਾ ਗੁਰਬਾਣੀ ਤੇ ਅਮਲ ਨਹੀਂ ਕਰਦਾ। ਗੁਰਬਾਣੀ ਹੁੰਦਿਆਂ ਸੁਣਦਿਆਂ, ਸਾਹਮਣੇ ਅੱਖਾਂ ਨਾਲ ਪੜ੍ਹਦਿਆਂ ਕਰਦਿਆਂ ਜਿਹੜਾ ਗੁਰਬਾਣੀ ਤੇ ਅਮਲ ਨਹੀਂ ਕਰ ਰਿਹਾ, ਉਹ ਕੱਚਾ ਹੈ। ਉਹਨੂੰ ਮੁਕਤੀ ਦਾ ਭੇਦ ਕਿੱਥੋਂ ਪਤਾ ਲੱਗ ਜਾਣਾ? ਐਸਾ ਜੋਗੀ ਜੁਗਤ ਵਿਚਾਰੈ। ਅਜਿਹਾ ਬੰਦਾ, ਅਜਿਹਾ ਪਰਮਾਤਮਾ ਨਾਲ ਮਿਲਣ ਵਾਲਾ ਬੰਦਾ, ਇੱਥੇ ਜੋਗੀ ਦਾ ਜ਼ਿਕਰ ਆ ਰਿਹਾ ਹੈ। ਯੋਗ ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਲੇ ਨੂੰ ਜੋਗੀ ਕਹਿੰਦੇ ਆ। ਐਸਾ ਜੋਗੀ ਜੁਗਤ ਵਿਚਾਰੈ। ਜੋਗੀ ਅਭਿਆਸੀ ਹੈ, ਨਾਮ ਜਪਣ ਵਾਲਾ ਅਭਿਆਸੀ ਹੈ, ਜਿਹੜਾ ਪ੍ਰਮਾਤਮਾ ਦੇ ਨਾਲ ਮੇਲ ਕਰਨਾ ਚਾਹੁੰਦਾ। ਇਸ ਤਰ੍ਹਾਂ ਬੰਦਗੀ ਕਰਦਾ ਹੈ, ਪੰਜਾਂ ਤੇ ਕੰਟਰੋਲ ਕਰਦਾ ਹੈ, ਤੇ ਉਸ ਜੋਗੀ ਦੇ ਅੰਦਰ, ਉਸ ਅਭਿਆਸੀ ਦੇ ਅੰਦਰ ਨਾਮ ਉਤਰ ਜਾਂਦਾ ਹੈ। ਪੰਚ ਮਾਰ ਸਾਚ ਉਰ ਧਾਰੈ। ਪੰਜਾਂ ਤੇ ਕੰਟਰੋਲ ਕੀਤਾ ਉਹਨੇ, ਆਪਣੇ ਮਨ ਨੂੰ ਸਮਝਾ ਸਮਝਾ ਕੇ, ਨਾਮ ਜਪ ਜਪ ਕੇ, ਗਿਆਨ ਨਾਲ ਸਾਂਝ ਪਾ ਪਾ ਕੇ, ਸ਼ਬਦ ਸਮਝੇ ਸੂਝੇ, ਪੜ ਪੜ ਬੂਝੇ। ਐਸਾ ਜੋਗੀ ਜੁਗਤ ਵਿਚਾਰੈ। ਜੁਗਤ ਦਾ ਜੇ ਆਪਾਂ ਅੱਖਰੀ ਅਰਥ ਲਾਈਏ, ਜੁਗਤ ਜਿਹੜਾ ਅੱਜ ਕੱਲ ਬੜੇ ਸਲੈਂਗ ਦੇ ਵਿੱਚ ਯੂਜ਼ ਹੋ ਰਿਹਾ, ਉਹ ਹੈ ਜੁਗਾੜ। ਆਪਾਂ ਨਹੀਂ ਕਹਿੰਦੇ ਯਾਰ ਕੋਈ ਜੁਗਾੜ ਕਰ ਲਈਏ, ਇਹ ਕੰਮ ਆਪਾਂ ਨੂੰ। ਮੇਰੀ ਥੋੜੇ ਦਿਨ ਹੋਏ ਆ, ਕਾਰ ਦੀ ਬੈਟਰੀ ਡੈਡ ਹੋ ਗਈ। ਮੈਂ ਕਿਹਾ ਵੀ ਕੋਈ ਜੁਗਾੜ ਕਰੀਏ। ਉਹ ਮੈਨੂੰ ਕਹਿੰਦੇ ਵੀ ਲਿਆਓ, ਫਿਰ ਉਹ ਆਪਣਾ ਦੁਕਾਨ ਤੋਂ ਜਿਹੜੀ ਬੈਟਰੀ ਮਿਲਦੀ ਹੈ, ਉਹਦੇ ਨਾਲ ਆਪਾਂ ਗੱਡੀ ਸਟਾਰਟ ਕਰੀਏ। ਉਹ ਲਿਆਂਦੀ, ਗੱਡੀ ਸਟਾਰਟ ਕੀਤੀ ਅਸੀਂ ਆਰਾਮ ਨਾਲ। ਸਾਡਾ 5 ਘੰਟੇ ਦੀ ਡਰਾਈਵ ਸੀ, ਅਸੀਂ ਆਰਾਮ ਨਾਲ ਕਰਕੇ ਆਏ। ਜੁਗਾੜ ਕਰ ਲਿਆ ਅਸੀਂ। ਆ ਕੇ ਬੈਟਰੀ ਨਵੀਂ ਪਵਾ ਲਈ, ਬੈਟਰੀ ਡੈਡ ਸੀ ਬਿਲਕੁਲ, ਲੇਕਿਨ ਉਹ ਜੁਗਾੜ ਕਰ ਲਿਆ ਅਸੀਂ ਮੌਕੇ ਤੇ। ਸੋ ਐਸਾ ਜੋਗੀ ਜਿਹੜਾ ਪਰਮਾਤਮਾ ਨੂੰ ਮਿਲਣ ਵਾਲਾ ਅਭਿਆਸੀ ਹੈ, ਜੁਗਤੇ ਵਿਚਾਰੈ। ਉਹ ਜੁਗਾੜ ਦੇ ਨਾਲ, ਜੁਗਤ ਦੇ ਨਾਲ
ਵਿਚਾਰ ਕਰੇਗਾ ਕਿ ਮੈਂ ਗੁਰਬਾਣੀ ਦੇ ਪਾਠ ਨਹੀਂ ਕਰਨੇ, ਮੈਂ ਗੁਰਬਾਣੀ ਨੂੰ ਸਮਝਣਾ ਹੈ, ਪੜ੍ਹ ਕੇ ਬੁੱਝਣਾ ਹੈ ਇਹਦੇ ਚੋਂ ਵੀ ਗੱਲ ਕੀ ਨਿਕਲਦੀ ਹੈ ਇਹਦੇ ਚੋਂ। ਇਹ ਅੱਖਰਾਂ 'ਚ ਲਿਖਿਆ ਹੋਇਆ ਗਿਆਨ ਹੈ। ਪਾਠ ਕਰਨਾ ਹਿੰਦੂਇਜ਼ਮ ਹੈ। ਪਾਠ ਤੇ ਬਥੇਰਾ ਹੋ ਰਿਹਾ ਸੀ ਬਾਬੇ ਨਾਨਕ ਦੇ ਆਉਣ ਤੋਂ ਪਹਿਲਾਂ। ਕਿੰਨੇ ਉਹਨਾਂ ਦੇ ਗ੍ਰੰਥ ਨੇ, ਉਹ ਪਾਠ ਹੀ ਕਰਦੇ ਸੀ। ਲੇਕਿਨ ਬਾਬੇ ਨਾਨਕ ਨੇ ਇਹ ਵਿਚਾਰ ਦਿੱਤੀ ਕਿ ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼। ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ, ਇਸ ਤੋਂ ਬਿਨਾ ਬਚਾ ਨਹੀਂ ਹੈ, ਇਸ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਐਸਾ ਜੋਗੀ ਜੁਗਤ ਵਿਚਾਰ ਹੈ। ਅਭਿਆਸੀ ਇਸ ਤਰ੍ਹਾਂ ਬੰਦਗੀ ਕਰੇ ਕਿ ਪੰਜਾਂ ਨੂੰ ਮਾਰੇ ਪਹਿਲਾਂ, ਪੰਜਾਂ ਨੂੰ ਮਾਰਨ ਤੋਂ ਬਾਅਦ ਜਦੋਂ ਅੰਦਰੋਂ ਸਫਾਈ ਹੋ ਗਈ ਤੇ ਜਦੋਂ ਅੰਦਰ ਮਾਇਆ ਹੀ ਨਹੀਂ ਰਹੀ, ਅੰਦਰ ਪੰਜ ਹੀ ਨਹੀਂ ਰਹੇ, ਤੇ ਨਾਮ ਨੇ ਆਪੇ ਅੰਦਰ ਉਤਰ ਜਾਣਾ, ਕਿਉਂਕਿ ਚੀਜ਼ ਹੀ ਐਸੀ ਪਵਿੱਤਰ ਹੈ। ਉਤਰ ਕੀ ਜਾਣਾ, ਉਹਨੇ ਪ੍ਰਗਟ ਹੋ ਜਾਣਾ, ਉਹਨੇ ਪ੍ਰਗਟ ਹੋ ਜਾਣਾ। ਇਹ ਸ਼ਬਦ ਦਾ ਰਹਾਉ ਹੈ। ਐਸਾ ਜੋਗੀ ਜੁਗ ਤੇ ਵਿਚਾਰ ਹੈ। ਸੋ ਜੋਗੀ ਅਖਵਾਉਣ ਦਾ ਉਹੀ ਹੱਕਦਾਰ ਹੈ ਜੋ ਸਹੀ ਜੁਗਤ ਸਮਝ ਰਿਹਾ ਹੈ। ਉਹ ਜੁਗਤ ਇਹ ਹੈ ਕਿ ਪੰਜਾਂ ਨੂੰ ਮਾਰ ਕੇ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਟਿਕਾਉਣਾ, ਪ੍ਰਗਟ ਕਰਨਾ। ਉਹਨੇ ਆਪੇ ਪ੍ਰਗਟ ਹੋ ਜਾਣਾ। ਸਾਚ ਉਰ ਧਾਰ ਹੈ, ਲੇਕਿਨ ਮਿਹਨਤ ਕਰਨੀ ਪੈਣੀ ਹੈ, ਕਮਾਈ ਕਰਨੀ ਪੈਣੀ ਹੈ, ਅਭਿਆਸ ਕਰਨਾ ਪੈਣਾ। ਇਹ ਤਤ ਵਸਤੂ ਆਪਾਂ ਸ਼ਬਦ ਦੇ ਅੰਦਰੋਂ ਕੱਢ ਰਹੇ। ਅੱਗੇ ਚਲੀਏ। ਜਿਸਕੇ ਅੰਤਰੇ ਸਾਚ ਵਸਾਵੇ। ਹੁਣ ਜਿਸ ਦੇਹ ਦੇ ਅੰਦਰ, ਜਿਸ ਮਨ ਦੇ ਅੰਦਰ ਉਸ ਕਰਤੇ ਪੁਰਖ ਦਾ ਵਾਸਾ ਹੋ ਗਿਆ, ਪ੍ਰਕਾਸ਼ ਹੋ ਗਿਆ, ਉਸ ਮਨ ਨੂੰ ਕਰਤੇ ਪੁਰਖ ਦੀ ਹੋਂਦ ਦਾ ਪਤਾ ਲੱਗ ਗਿਆ, ਉਹੀ ਮਿਲਾਪ ਦੀ ਕੀਮਤ ਸਮਝੇਗਾ। ਜਿਸਕੇ ਅੰਤਰ ਸਾਚ ਵਸਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਕਿਉਂਕਿ ਦੇਖੋ ਰਹਾਉ ਦੀ ਤੁਕ ਹੈ, ਅੰਦਰੋਂ ਪੰਜ ਨਿਕਲ ਗਏ, ਅੰਦਰ ਨਾਮ ਦਾ ਵਾਸਾ ਹੋ ਗਿਆ, ਪ੍ਰਕਾਸ਼ ਹੋ ਗਿਆ, ਐਨਲਾਈਟਨਡ ਹੋ ਗਿਆ ਜਿਹਨੂੰ ਕਹਿ ਦਿੰਦੇ ਆ। ਫਿਰ ਜਿਸਕੇ ਅੰਤਰ ਸਾਚ ਵਸਾਵੈ, ਗੁਰ ਪ੍ਰਸਾਦ ਦੇ ਜ਼ਰੀਏ, ਗੁਰੂ ਦੀ ਕਿਰਪਾ ਦੇ ਜ਼ਰੀਏ, ਜਿਹਦੇ ਅੰਦਰ ਕਰਤੇ ਪੁਰਖ ਦਾ ਪ੍ਰਕਾਸ਼ ਹੋ ਗਿਆ, ਉਹੀ ਇਸ ਮਿਲਾਪ ਦੀ ਕੀਮਤ ਨੂੰ ਸਮਝੇਗਾ। ਜੋਗ ਜੁਗਤ ਕੀ ਕੀਮਤ ਪਾਵੇ। ਜੋਗ ਮਿਲਾਪ, ਯੋਗ ਹੋਣਾ। ਜਿੱਦਾਂ ਨਹੀਂ ਕਹਿੰਦੇ ਵੀ ਬਾਹਮਣ ਜਿਹੜੇ ਕਰਦੇ ਆ, ਕੱਢਦੇ ਆ ਟੇਵਾ ਟੂਵਾ ਜਿਹਾ, ਉਹ ਕਹਿੰਦੇ ਵੀ ਇਹ ਮੁੰਡੇ ਕੁੜੀ ਦਾ ਯੋਗ ਹੈ, ਇਹਨਾਂ ਦਾ ਇਸ ਟਾਈਮ ਤੇ ਵਿਆਹ ਕੀਤਾ ਜਾਵੇ, ਹੈ ਨਾ, ਮਿਲਾਪ। ਸੋ ਇਹ ਜੋਗ ਹੈ ਹੀ ਮਿਲਾਪ ਹੈ। ਜਿਸਕੇ ਅੰਤਰ ਸਾਚ ਵਸਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਉਹੀ ਇਸ ਪਰਮਾਤਮਾ ਦੇ ਮਿਲਾਪ ਨੂੰ, ਉਹਦੀ ਕੀਮਤ ਨੂੰ ਸਮਝੇਗਾ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ। ਇਹ ਅੰਦਰੋਂ ਪੰਜ ਮਾਰਨੇ ਪੈਣਗੇ। ਇਹ ਨਹੀਂ ਹੈ ਵੀ ਸਾਰਾ ਕੁਝ ਗੁਰਪ੍ਰਸਾਦ ਨਾਲ ਹੀ ਹੋਣਾ। ਤੁਹਾਨੂੰ ਇਹ ਰਸਤੇ ਤੇ ਤੁਰਨਾ ਪਏਗਾ, ਤਦੇ ਤੇ ਗੁਰਬਾਣੀ ਲਿਖੀ ਅੱਖਰਾਂ ਦੇ ਵਿੱਚ। ਅਸੀਂ ਦੁਨੀਆ ਦੀਆਂ ਹੋਰ ਪੜ੍ਹਾਈਆਂ ਕਰਦੇ ਹਾਂ, ਇਹ ਵੀ ਇੱਕ ਪੜ੍ਹਾਈ ਹੈ। ਕਰਤੇ ਪੁਰਖ ਨੂੰ ਜਾਣਨ ਦੀ ਪੜ੍ਹਾਈ ਹੈ, ਕਰਤੇ ਪੁਰਖ ਨਾਲ ਮਿਲਾਪ ਕਰਨ ਦੀ ਪੜ੍ਹਾਈ ਹੈ, ਧਰਮ ਦੀ ਪੜ੍ਹਾਈ ਹੈ। ਹੁਣ ਅੱਗੇ ਚੱਲੀਏ ਆਪਾਂ। ਕਹਿੰਦੇ ਰਵ ਸਸ ਏਕੋ ਗ੍ਰਹਿ ਉਦਿਆਨੈ। ਸੂਰਜ ਚੰਦ ਸਾਰਿਆਂ ਨੂੰ ਚਾਨਣਾ ਦਿੰਦਾ ਹੈ। ਕਿੰਨੀ ਸੋਹਣੀ ਗੱਲ ਹੈ। ਦੇਖੋ ਮੀਨਿੰਗ ਕਰਕੇ ਜਿਹੜੇ ਸਾਨੂੰ ਇਹਨਾਂ ਨੇ ਕਈ ਵਾਰੀ ਕਨਫਿਊਜ਼ ਵੀ ਬਹੁਤ ਕੀਤਾ, ਲੇਕਿਨ ਹੈਲਪਫੁਲ ਵੀ ਬਹੁਤ ਨੇ। ਰਵ ਸਸ ਏਕੋ ਗ੍ਰਹਿ ਉਦਿਆਨੈ। ਸੂਰਜ ਤੇ ਚੰਦ ਇਸ ਤਰ੍ਹਾਂ ਚੜ੍ਹਦੇ ਆ ਵੀ ਉਹਨਾਂ ਨੇ ਸਾਰਿਆਂ ਨੂੰ ਉਹ ਜਿਹੜਾ ਹੈ ਚਾਨਣਾ ਪਹੁੰਚਾਉਣਾ, ਸਾਰਿਆਂ ਨੂੰ।
एको ग्रह उद्यान है। सारी धरती उन्हां वास्ते एक ग्रह, सारी सृष्टि, सारा यूनीवर्स ਉਹ ਲਾਈਟ ਜਾਣੀ ਜਾਣੀ ਹੈ, ਭਾਵੇਂ ਉਹ ਕਿਸੇ ਚੋਰ ਦਾ ਘਰ ਹੈ, ਭਾਵੇਂ ਕਿਸੇ ਸਾਧੂ ਦਾ ਘਰ ਹੈ, ਭਾਵੇਂ ਕਿਸੇ ਵੇਸਵਾ ਦਾ ਘਰ ਹੈ, ਭਾਵੇਂ ਕਿਸੇ ਗਾਇਕ ਦਾ ਘਰ ਹੈ, ਕੋਈ ਵੀ ਹੈ, ਇੱਕੋ ਤਰ੍ਹਾਂ ਦੇ ਨਾਲ ਉਹ ਸੂਰਜ ਦੀ ਰੋਸ਼ਨੀ ਉਹਨਾਂ ਨੂੰ ਮਿਲੇਗੀ। ਕਰਨੀ ਕੀਰਤ ਕਰਮ ਸਮਾਨ ਹੈ, ਰਵ ਸਸ ਏਕੋ ਗ੍ਰਹਿ ਉਦਿਆਨ ਹੈ, ਕਰਨੀ ਕੀਰਤ ਕਰਮ ਸਮਾਨ ਹੈ। ਕਿਹੜਾ ਕਰਮ ਹੈ? ਬੰਦਗੀ ਦਾ ਕਰਮ ਹੈ, ਨਾਮ ਜਪਣ ਦਾ ਕਰਮ ਹੈ। ਔਰ ਉਹ ਕਰਮ ਕਰਕੇ ਹੀ ਅਸੀਂ ਉਸ ਕਰਤੇ ਪੁਰਖ ਦੇ ਵਿੱਚ ਸਮਾ ਸਕਦੇ ਹਾਂ, ਮਿਲਾਪ ਕਰ ਸਕਦੇ ਹਾਂ, ਇੱਕ ਮਿਕ ਹੋ ਸਕਦੇ ਹਾਂ। ਹੋਰ ਕੋਈ ਰਾਹ ਹੀ ਨਹੀਂ ਹੈ। ਕਰਨੀ ਕੀਰਤ ਕਰਮ ਸਮਾਨ ਹੈ। ਨਾਮ ਜਪਣਾ ਪਊਗਾ, ਕੀਰਤੀ ਕਰਨੀ ਪਊਗੀ। ਹਰ ਕੀਰਤ ਉੱਤਮ ਸਾਰ ਹੈ, ਵਿੱਚ ਕਲਯੁਗ ਕਰਨੀ ਸਾਰ। ਹਰ ਕੀਰਤ ਉੱਤਮ ਨਾਮ ਹੈ, ਵਿੱਚ ਕਲਯੁਗ ਕਰਨੀ ਸਾਰ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰਤਾਰੈ। ਇਸ ਤਰ੍ਹਾਂ ਅਸੀਂ ਇਹ ਜੁਗਤ ਕੱਢਣੀ ਹੈ ਵਿੱਚੋਂ, ਗੁਰਬਾਣੀ ਪੜ੍ਹ ਪੜ੍ਹ ਕੇ, ਸਮਝ ਸਮਝ ਕੇ। ਅੱਗੇ ਚਲੀਏ, ਕਹਿੰਦੇ ਏਕ ਸ਼ਬਦ ਇੱਕ ਭਿਖਿਆ ਮੰਗੈ। ਇੱਕੋ ਸ਼ਬਦ ਦਾ, ਨਾਮ ਦਾ ਦਾਨ ਮੰਗਦਾ ਹੈ। ਜਿਹਦੀ ਫਿਰ ਇਹ ਅਵਸਥਾ ਆ ਜਾਂਦੀ ਹੈ, ਜਿਹੜਾ ਕਰਨੀ ਕੀਰਤ ਕਰਮ ਸਮਾਨ ਹੈ, ਜਿਹੜਾ ਨਾਮ ਜਪ ਜਪ ਕੇ ਉਸ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦਾ ਹੈ, ਜਿਹਨੂੰ ਮਿਲਾਪ ਦੀ ਕੀਮਤ ਦਾ ਪਤਾ ਲੱਗ ਜਾਂਦਾ ਹੈ। ਉਹ ਫਿਰ ਕੀ ਕਹਿੰਦਾ ਹੈ ਕਿ ਏਕ ਸ਼ਬਦ ਇੱਕ ਭਿਖਿਆ ਮੰਗ ਹੈ। ਉਹ ਫਿਰ ਉਸ ਕਰਤੇ ਪੁਰਖ ਦੇ ਨਾਮ ਦੀ ਹੀ ਮੰਗ ਕਰਦਾ ਹੈ। ਗਿਆਨ ਧਿਆਨ ਜੁਗਤੇ ਸੱਚ ਜਾਗੈ। ਗਿਆਨ ਪਲੱਸ ਧਿਆਨ ਜੁੜ ਗਿਆ, ਸਮਝੋ ਸੱਚ ਜਾਗ ਗਿਆ। ਉਹਦੇ ਅੰਦਰ ਕਰਤੇ ਪੁਰਖ ਦਾ ਨਾਮ ਦਾ ਅੰਕੁਰ ਫੁੱਟ ਪਿਆ। ਇਨਕਲਕੇਸ਼ਨ, ਗਿਆਨ ਧਿਆਨ ਜੁਗਤ ਸੱਚ ਜਾਗਿਆ। ਇਸ ਗਿਆਨ ਦੇ ਨਾਲ ਬਾਣੀ ਨੂੰ ਸਮਝ ਕੇ, ਬਾਣੀ ਦੇ ਵਿੱਚੋਂ ਤੱਤ ਵਸਤੂ ਕੱਢੀ, ਨਾਮ ਜਪ ਕੇ ਨਾਮ ਦੇ ਵਿੱਚ ਧਿਆਨ ਲਾਇਆ, ਆ ਹੀ ਜੁਗਤ ਅਸੀਂ ਪਛਾਣੀ। ਉਸ ਦੇ ਅੰਦਰ ਹੀ ਪਰਮਾਤਮਾ ਦਾ ਜਿਹੜਾ ਹੈ ਪ੍ਰਕਾਸ਼ ਹੋ ਜਾਣਾ। ਜੁਗਤ ਦੀ ਪਛਾਣ ਕਰਨੀ ਹੈ। ਫਿਰ ਇਹ ਹਿੰਮਤ ਆਪ ਕਰਨੀ ਹੈ, ਪੰਜਾਂ ਤੇ ਕੰਟਰੋਲ ਕਰਨਾ ਹੈ, ਨਾਮ ਦਾ ਅਭਿਆਸ ਕਰਨਾ ਹੈ। ਬਸ ਇੰਨੀ ਗੱਲ ਹੈ। ਹੋਰ ਅੱਗੇ ਚੱਲੀਏ। ਭੈ ਰਚ ਰਹਿ ਨਾ ਬਾਹਰ ਜਾਏ। ਭੈ ਰਚ ਰਹੇ ਨਾ ਬਾਹਰ ਜਾਏ। ਇੱਕ ਹੋਰ ਗੱਲ ਮੈਂ ਦੱਸ ਦਿਆਂ, ਜਾਗੇ ਦਾ ਲਫ਼ਜ਼ ਇੱਥੇ ਆਇਆ। ਏਕ ਸ਼ਬਦ ਇੱਕ ਭਿਖਿਆ ਮੰਗਿਆ, ਜਿਹੜਾ ਉਸ ਕਰਤੇ ਪੁਰਖ ਦੀ ਮਿਲਾਪ ਤੱਕ ਪਹੁੰਚ ਗਿਆ, ਉਹਦੀ ਕੀਮਤ ਦਾ ਪਤਾ ਲੱਗ ਗਿਆ, ਉਹ ਫਿਰ ਸ਼ਬਦ ਦੀ ਮੰਗ ਕਰਦਾ। ਗਿਆਨ ਧਿਆਨ ਜੁਗਤ ਸੱਚ ਜਾਗੈ। ਜਾਗਣਾ ਕੀ ਹੈ? ਇਹ ਦੋ ਲਫ਼ਜ਼ ਆਉਣਗੇ ਬਹੁਤ, ਇੱਕ ਸੌਣਾ ਤੇ ਇੱਕ ਜਾਗਣਾ। ਇੱਕ ਸ਼ਬਦ ਸਾਡੇ ਸਾਹਮਣੇ ਆਇਆ, ਕਹਿੰਦੇ ਨਿਤ ਨਿਤ ਜਾਗਰਣ ਕਰੋ। ਹੁਣ ਜਾਗਰਣ ਕਿਹਨੂੰ ਕਹਿੰਦੇ ਆ? ਜਾਗਰਣ ਕਹਿੰਦੇ ਆ ਜੀ ਜਿਹੜਾ ਦੇਵੀ ਦਾ ਸਾਰੀ ਰਾਤ ਜਾਗ ਕੇ ਉਹ ਉਹਦੀਆਂ ਦੇਵੀ ਦੀਆਂ ਭੇਟਾਂ ਗਾਉਂਦੇ ਆ, ਉਹਨੂੰ ਕਹਿੰਦੇ ਜਾਗਰਣ। ਕਹਿੰਦੇ ਵੀ ਜਾਗਰਣ ਹੈ, ਅੱਜ ਸਾਡੇ ਆਇਓ ਘਰ ਤੁਸੀਂ। ਨਿਤ ਨਿਤ ਜਾਗਰਣ ਕਰੋ, ਭਾਵ ਅਸੀਂ ਮਨ ਨੂੰ ਜਗਾਉਣਾ ਹੈ। ਗੁਰਬਾਣੀ ਇਹ ਕਹਿੰਦੀ ਹੈ, ਸੌਣਾ, ਜਿਹੜਾ ਸੁੱਤਾ ਪਿਆ ਮਨ, ਉਹ ਸਮਝੋ ਮਾਇਆ 'ਚ ਹੈ, ਔਰ ਜਿਹੜਾ ਜਾਗ ਗਿਆ, ਉਹਨੂੰ ਇਹ ਮਾਇਆ ਦਾ ਪਤਾ ਲੱਗ ਗਿਆ ਕਿ ਮੈਂ ਮਾਇਆ ਤੋਂ ਛੁੱਟਣਾ ਕਿਵੇਂ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਉਹ ਜਾਗਣਾ ਹੈ ਮਨ ਦਾ, ਉਹ ਰਾਹ ਹੈ। ਤੇ ਜਾਗਣਾ, ਅਸਲ 'ਚ ਜਾਗਣਾ ਉਹੀ ਹੈ ਜੋ ਮਾਇਆ ਤੋਂ ਪਰੇ ਹੈ, ਜੋ ਮਾਇਆ ਤੋਂ ਪਰੇ ਚਲਾ ਗਿਆ। ਜਿਹੜਾ ਸੁੱਤਾ ਹੈ, ਸੌਣਾ, ਉਹ ਮਾਇਆ 'ਚ ਹੈ।
ਜਿਹੜਾ ਜਾਗਣਾ ਉਹ ਮਾਇਆ ਤੋਂ ਪਰੇ। ਸੋ ਇਹ ਚੀਜ਼ ਨੂੰ ਯਾਦ ਰੱਖਿਓ, ਇਹ ਗੱਲ ਸਾਰੀ ਗੁਰਬਾਣੀ 'ਚ ਹਰ ਥਾਂ ਤੇ ਲਾਗੂ ਹੋਏਗੀ, ਹਰ ਥਾਂ ਤੇ, ਬਜਾਏ ਕਿ ਉਹ ਸਿਰਫ ਸੌਣ ਦਾ ਜ਼ਿਕਰ ਨਾ ਹੋਏ ਫਿਜ਼ੀਕਲੀ। ਅਦਰਵਾਈਜ਼ ਜੇ ਮਨ ਦਾ ਸੌਣਾ ਤੇ ਮਨ ਦਾ ਜਾਗਣਾ ਹੈ, ਉਹ ਸੁੱਤਾ ਉਹ ਹੈ ਜੋ ਮਾਇਆ ਦੇ ਵਿੱਚ ਹੈ, ਜਾਗਿਆ ਉਹ ਹੈ ਜੋ ਮਾਇਆ ਤੋਂ ਪਰੇ ਚਲਾ ਗਿਆ। ਸਾਰੀ ਗੁਰਬਾਣੀ 'ਚ ਥੰਬ ਰੂਲ ਲਾਗੂ ਕਰ ਲਓ। ਅੱਛਾ, ਹੋਰ ਅੱਗੇ ਚੱਲੀਏ ਆਪਾਂ। ਭੈ ਰਚ ਰਹਿ ਨਾ ਬਾਹਰ ਜਾਏ, ਕਲਾ ਕੀ ਵਰਤਦੀ ਹੈ। ਹੁਣ ਗਿਆਨ ਵੀ ਆ ਗਿਆ, ਨਾਮ ਦੇ ਵਿੱਚ ਧਿਆਨ ਵੀ ਲੱਗ ਗਿਆ, ਜੁਗਤ ਦਾ ਵੀ ਪਤਾ ਲੱਗ ਗਿਆ ਵੀ ਮਿਲਾਪ ਹੋਣਾ ਕਿਵੇਂ ਹੈ। ਮਿਲਾਪ ਹੋ ਵੀ ਗਿਆ, ਅੰਦਰ ਕਰਤਾ ਪੁਰਖ ਪ੍ਰਗਟ ਵੀ ਹੋ ਗਿਆ। ਹੁਣ ਕਲਾ ਕੀ ਵਰਤਣੀ ਹੈ, ਆਓ ਦੇਖੀਏ। ਕਹਿੰਦੇ ਭੈ ਰਚ ਰਹਿ ਨਾ ਬਾਹਰ ਜਾਏ, ਉਹ ਫੇਰ ਅਭਿਆਸੀ ਭੈ ਦੇ ਵਿੱਚ ਰਹਿੰਦਾ ਹੈ। ਜਿਨ੍ਹਾਂ ਦੀ ਲਿਵ ਲੱਗ ਗਈ, ਉਸ ਵਿਰਲੇ ਨੂੰ ਹੀ ਇਸ ਕੀਮਤ ਦਾ ਪਤਾ ਲੱਗੇਗਾ, ਉਹ ਮਹਿਸੂਸ ਕਰੇਗਾ, ਪਰ ਕੋਈ ਵਿਰਲਾ। ਭੈ ਰਚ ਰਹਿ ਨਾ ਬਾਹਰ ਜਾਏ, ਕੀਮਤ ਕੌਣ ਰਹਿ ਲਿਵ ਲਾਏ। ਲਗਾਤਾਰ ਉਹ ਫਿਰ ਅਭਿਆਸੀ ਉਸ ਨਾਮ ਦੇ ਵਿੱਚ ਗੜੂੰਦ ਰਹੇਗਾ, ਭਿੱਜਿਆ ਰਹੇਗਾ, ਨਾਮ ਦਾ ਅਭਿਆਸ ਕਰੇਗਾ। ਐਸਾ ਜੋਗੀ ਜੁਗਤ ਪਛਾਣੈ। ਪਰ ਇਹ ਸਾਨੂੰ ਜੁਗਤ ਗਿਆਨ ਦੇ ਜ਼ਰੀਏ ਪਛਾਣਨੀ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰਤਾਰੈ। ਇਹ ਹਿੰਮਤ, ਇਹ ਕਮਾਈ ਕਰਨੀ ਪਏਗੀ ਸ਼ਬਦ ਦੀ, ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਲੱਗੇਗਾ। ਭੈ ਰਚ ਰਹਿ ਨਾ ਬਾਹਰ ਜਾਏ, ਕੀਮਤ ਕੌਣ ਰਹਿ ਲਿਵ ਲਾਏ। ਇਹ ਫਿਰ ਕਲਾ ਵਰਤਦੀ ਹੈ। ਉਹ ਅਕਰਤੇ ਪੁਰਖ ਦੇ ਭੈ ਵਿੱਚ ਆ ਜਾਂਦਾ ਅਭਿਆਸੀ, ਉਹਦੀ ਲਿਵ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪਰ ਕੋਈ ਵਿਰਲਾ ਇੱਥੋਂ ਤੱਕ ਪਹੁੰਚੇਗਾ। ਅੱਗੇ ਚਲੀਏ। ਕਹਿੰਦੇ ਆਪੇ ਮੇਲੇ ਭਰਮ ਚੁਕਾਏ। ਅਸੀਂ ਸਿਰਫ ਆਪਣਾ ਕਰਮ ਕਰਨਾ ਹੈ, ਅਸੀਂ ਨਾਮ ਦਾ ਅਭਿਆਸ ਕਰਨਾ ਹੈ। ਅਸੀਂ ਕੋਈ ਇੱਛਾ ਹੀ ਨਹੀਂ ਰੱਖਣੀ ਕਿ ਸਾਨੂੰ ਕਰਤਾ ਪੁਰਖ ਮਿਲ ਪਏ। ਜੇ ਮਿਲ ਵੀ ਗਿਆ ਕਰਨਾ ਕੀ ਹੈ। ਉਹ ਕਹਿੰਦੇ ਜੇ ਮਿਲ ਵੀ ਗਿਆ ਤੇ ਜਪਣਾ ਤੇ ਨਾਮ ਹੀ ਹੈ, ਤੇ ਉਹ ਬਿਨਾਂ ਮਿਲਿਆਂ ਵੀ ਭਰੋਸਾ ਕਰਕੇ ਜਪੀ ਜਾਓ। ਇਹ ਗੁਰਬਾਣੀ, ਇਹੀ ਗਿਆਨ ਹੈ ਸਾਡਾ, ਇਹੀ ਸਾਡੀ ਤੱਤ ਵਸਤੂ ਹੈ। ਜੇਕਰ ਸਾਡੇ ਭਾਗਾਂ 'ਚ ਹੋਏਗਾ ਤੇ ਉਹਨੇ ਆਪੇ ਮਿਲ ਲੈਣਾ। ਉਹ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿਰਫ ਤੇ ਸਿਰਫ ਨਾਮ ਦਾ ਅਭਿਆਸ ਕਰਨਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆਪੇ ਮੇਲੇ ਭਰਮ ਚੁਕਾਏ, ਮਿਲੇਗਾ ਆਪੇ। ਉਹ ਕਰਤੇ ਪੁਰਖ ਦਾ ਗੁਰ ਪ੍ਰਸਾਦ ਹੈ। ਇਹ ਭਰਮ ਅੰਦਰੋਂ ਗੁਰਬਾਣੀ ਦੇ ਗਿਆਨ ਨੇ ਤੋੜ ਦੇਣੇ ਆ, ਖਤਮ ਕਰਕੇ ਰੱਖ ਦੇਣੇ ਆ। ਸੋ ਇਹ ਗਿਆਨ ਨੂੰ ਸਮਝੋ, ਪੜ ਕੇ ਸਮਝੋ, ਬੁੱਝੋ ਇਹਦੇ ਚੋਂ। ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ। ਉਹ ਜਿਹੜੀ ਉੱਤਮ ਅਵਸਥਾ, ਉਹ ਕੀ ਹੈ। ਕਰਤੇ ਪੁਰਖ ਦਾ ਰੂਪ ਹੀ ਹੋ ਜਾਂਦਾ ਅਭਿਆਸੀ। ਭਗਤ ਜਿਹੜਾ ਉਹ ਅਕਾਲ ਪੁਰਖ ਦਾ ਰੂਪ ਹੀ ਹੋ ਜਾਂਦਾ ਹੈ। ਰੱਬ ਨੇ ਆਪ ਹੀ ਮਾਇਆ ਤੋਂ ਦੂਰ ਕਰਨਾ ਹੈ। ਗੁਰ ਪ੍ਰਸਾਦੇ ਪਰਮ ਪਦ ਜਿਹੜਾ ਹੈ, ਇਹ ਹੈ ਹੀ ਕਰਮਖੰਡ ਦੀ ਅਵਸਥਾ। ਅਸੀਂ ਜਪ ਬਾਣੀ ਚ ਬਹੁਤ ਚੰਗੀ ਤਰ੍ਹਾਂ ਖੋਲੇ ਆਏ ਹਾਂ, ਔਰ ਇਹ ਕਰਮਖੰਡ ਦਾ ਜ਼ਿਕਰ ਅਸੀਂ 2 ਵਾਰੀ ਫਿਰ ਬੈਠਕਾਂ ਲਾਈਆਂ ਸੀ, ਯਾਦ ਹੋਏਗਾ ਸੰਗਤਾਂ ਨੂੰ। ਇਹ ਪਰਮ ਪਦ ਜਿਹੜਾ ਉੱਤਮ ਪਦ, ਜਿੱਥੇ ਜਾ ਕੇ ਅਭਿਆਸੀ ਕਰਤੇ ਪੁਰਖ ਦਾ ਰੂਪ ਹੋ ਜਾਂਦਾ। ਪਰ ਇਹ ਕਦੋਂ ਹੋਏਗਾ, ਕਦੋਂ ਇਹ ਕਲਾ ਵਰਤੇਗੀ। ਐਸਾ ਜੋਗੀ ਜੁਗਤ ਵਿਚਾਰ ਹੈ, ਜਿਹਨੂੰ ਜੁਗਤ ਦਾ ਪਤਾ ਲੱਗੇਗਾ। ਪੰਚ ਮਾਰ ਜਿਹੜਾ ਅਭਿਆਸ ਦੇ ਨਾਲ ਪੰਜਾਂ ਨੂੰ ਮਾਰੇਗਾ ਅੰਦਰੋਂ, ਉਹਦੇ ਅੰਦਰ ਕਰਤੇ ਪੁਰਖ ਦਾ ਵਾਸਾ ਆਪੇ ਹੋ ਜਾਣਾ, ਪ੍ਰਕਾਸ਼ ਆਪੇ ਹੋ ਜਾਣਾ। ਅੱਗੇ ਚਲੀਏ। ਗੁਰ ਕੀ ਸੇਵਾ ਸ਼ਬਦ ਵਿਚਾਰ। ਸ਼ਬਦ ਦੇ ਦੱਦੇ ਨੂੰ ਵੀ ਔਂਕੜ ਹੈ, ਵਿਚਾਰ ਦੇ ਰਾਰੇ ਨੂੰ ਵੀ ਔਂਕੜ ਹੈ। ਇਹ ਵਿਚਾਰ ਕਥਾ ਨਹੀਂ ਹੈ। ਸ਼ਬਦ ਦਾ ਵਿਚਾਰ ਕੀ ਹੈ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਸਿਰਫ ਤੇ ਸਿਰਫ ਨਾਮ ਦਾ ਅਭਿਆਸ ਕਰਨਾ ਹੀ ਸ਼ਬਦ ਦੀ ਵਿਚਾਰ ਹੈ। ਜਿਹੜਾ ਸ਼ਬਦ ਦੱਦੇ ਨੂੰ ਔਂਕੜ ਹੈ, ਇਹ ਵੀ ਇੱਕ ਸ਼ਬਦ ਹੈ। ਔਰ ਜਿਹੜਾ ਆਪਾਂ ਪੜ੍ਹ ਰਹੇ ਹਾਂ, ਆ ਵੀ ਸਾਰਾ ਇੱਕ ਸ਼ਬਦ ਹੈ।
ठीक है, इस कंफ्यूज नहीं होना। ਇਹ ਸ਼ਬਦ ਹੈ ਜਿਹੜਾ ਸਾਨੂੰ ਗਿਆਨ ਦੇ ਰਿਹਾ, ਔਰ ਇਹ ਸ਼ਬਦ ਹੈ ਜਿਹਦੀ ਅਸੀਂ ਕਮਾਈ ਕਰਨੀ ਹੈ। ਇਹੀ ਗੁਰੂ ਦੀ ਸੇਵਾ ਹੈ, ਇਹੀ ਸੇਵਾ ਉਸ ਕਰਤੇ ਪੁਰਖ ਨੂੰ ਪਹੁੰਚੇਗੀ। ਬਾਕੀ ਸੇਵਾ ਦੇ ਬਾਰੇ ਅਸੀਂ ਪਿੱਛੇ ਚੰਗੀ ਤਰ੍ਹਾਂ ਇਹਨੂੰ ਪੱਧਰਾ ਕਰਕੇ ਆਏ ਆ ਕਿ ਸੇਵਾ ਬਾਕੀ ਜਿਹੜੀ ਆ ਉਹ ਸੁਸਾਇਟੀ ਦੀ ਸੇਵਾ, ਜਿਹੜੀ ਲੰਗਰ ਦੀ ਸੇਵਾ ਉਹ ਕਰਤੇ ਪੁਰਖ ਦੀ ਸੇਵਾ ਨਹੀਂ ਹੈ, ਉਹ ਸੁਸਾਇਟੀ ਦੀ ਸੰਗਤ ਦੀ ਸੇਵਾ, ਜੋੜੇ ਝਾੜਨ ਦੀ ਸੇਵਾ, ਸੰਗਤ ਦੀ ਸੇਵਾ, ਗੁਰਦੁਆਰੇ ਕਾਰਪੇਟ ਸਾਫ਼ ਕਰਨੇ, ਤੱਪੜ ਝਾੜਨੇ, ਇਹ ਸਭ ਸੰਗਤ ਵਾਸਤੇ ਹੈ ਕਿ ਸੰਗਤ ਆ ਕੇ ਇੱਥੇ ਜਿਨ੍ਹਾਂ ਨੇ ਗੁਰਬਾਣੀ ਸੁਣਨੀ ਹੈ, ਨਾਮ ਜਪਣਾ, ਉਸ ਸਾਫ਼ ਸੁਥਰੇ ਥਾਂ ਤੇ ਬੈਠਣ। ਗੁਰ ਕੀ ਸੇਵਾ ਜਿਹੜੀ ਹੈ ਉਹ ਕੇਵਲ ਤੇ ਕੇਵਲ ਨਾਮ ਦਾ ਅਭਿਆਸ ਹੈ, ਕੇਵਲ ਤੇ ਕੇਵਲ ਨਾਮ ਦਾ ਅਭਿਆਸ। ਯਾਦ ਰੱਖਿਓ, ਸਾਰੀ ਗੁਰਬਾਣੀ ਚ ਪੜ੍ਹ ਲਓ ਇਹ ਕਨਸੈਪਟ। ਹੋਰ ਕਿਸੇ ਗੱਲ ਨੂੰ ਸੇਵਾ ਪ੍ਰਵਾਨ ਨਹੀਂ ਕੀਤੀ ਗੁਰਬਾਣੀ ਗੁਰੂ ਨੇ। ਔਰ ਅਸੀਂ ਮੂਰਖ ਨਹੀਂ ਆ, ਅਸੀਂ ਅੰਨੇ ਨਹੀਂ ਆ, ਅਸੀਂ ਬੋਲੇ ਨਹੀਂ ਆ, ਅਸੀਂ ਇਸ ਚੀਜ਼ ਨੂੰ ਸਮਝਣਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਨਾਮ ਦਾ ਜਪਣਾ ਹੀ ਗੁਰੂ ਦੀ ਸੇਵਾ ਹੈ। ਔਰ ਇਸੇ ਸੇਵਾ ਨੇ ਹਉਮੈ ਮਾਰੇ ਕਰਨੀ ਸਾਰ। ਇਸੇ ਸੇਵਾ ਦੇ ਜ਼ਰੀਏ, ਇਸੇ ਸੇਵਾ ਨੂੰ ਕਰ ਕਰਕੇ ਹਉਮੈ ਮਾਰ ਲਈ, ਔਰ ਕਰਨੀ ਉਹ ਤਤ ਵਸਤੂ ਬਣ ਗਈ। ਸਾਰ ਕਹਿੰਦੇ ਤਤ ਵਸਤੂ, ਜਿਹੜੀ ਸਾਡੀ ਕਮਾਈ ਸੀ, ਜਿਹੜੀ ਸ਼ਬਦ ਦੀ ਬੰਦਗੀ ਸੀ, ਉਹ ਸਾਡੀ ਤਤ ਵਸਤੂ ਬਣ ਗਈ, ਜਿਹਨੇ ਸਾਨੂੰ ਕਰਤੇ ਪੁਰਖ ਦਾ ਮਿਲਾਪ ਕਰਾਉਣਾ, ਜਿਹਨੇ ਕਰਤੇ ਪੁਰਖ ਦੀ ਕੀਮਤ ਦਾ ਪਤਾ ਲਵਾਉਣਾ। ਸੋ ਇਹ ਅਸੀਂ ਜੁਗਤ ਪਛਾਨਣੀ ਹੈ। ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰਤਾਰੇ। ਬਾਰ-ਬਾਰ ਗੱਲ ਇੱਥੇ ਆ ਕੇ ਮੁੱਕਣੀ ਹੈ। ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ। ਤੁਹਾਡੇ ਅੰਦਰ ਕਿੰਨਾ ਕਾਮ ਹੈ ਉਹ ਤੁਸੀਂ ਉਹਦਾ ਕੰਟਰੋਲ ਕਰਨਾ ਹੈ, ਕਿੰਨਾ ਕ੍ਰੋਧ ਹੈ ਤੁਸੀਂ ਉਹਦਾ ਕੰਟਰੋਲ ਕਰਨਾ ਹੈ। ਗੁਰਬਾਣੀ ਚੋਂ ਗਿਆਨ ਲੈ ਲੈ ਕੇ, ਸ਼ਬਦ ਦੀ ਕਮਾਈ ਕਰ ਕਰਕੇ, ਸ਼ਬਦ ਦੀ ਕਮਾਈ ਨਾਲ ਹੀ ਹੋਣੀ ਹੈ ਕਿਰਪਾ। ਪਰ ਲੇਕਿਨ ਸਮਝਣਾ ਆਪ ਵੀ ਪੈਣਾ, ਜਿੱਦਾਂ ਅਸੀਂ ਬੋਲੇ ਨਹੀਂ, ਅਸੀਂ ਅੰਨੇ ਨਹੀਂ, ਅਸੀਂ ਮੂਰਖ ਨਹੀਂ। ਅੱਗੇ ਚਲੀਏ। ਜਪ ਤਪ ਸੰਜਮ ਪਾਠ ਪੁਰਾਣ, ਪੈ ਗਿਆ ਪਟਾਕਾ ਹੁਣ, ਕੱਢ ਦਿੱਤੇ ਵੱਟ ਸਾਰੇ ਬਾਬੇ ਨਾਨਕ ਨੇ। ਜਪ ਤਪ ਸੰਜਮ ਪਾਠ ਪੁਰਾਣ, ਇਹ ਸਭ ਕਰਮ ਕਾਂਡ ਹੈ, ਇਹ ਸਭ ਕਰਮ ਕਾਂਡ ਹੈ। ਕੱਖ ਨਹੀਂ ਇਹਦੇ ਚੋਂ ਕੰਮ ਆਉਣਾ, ਕੱਖ ਨਹੀਂ ਕੰਮ ਆਏਗਾ ਇਹਦੇ ਚੋਂ। ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ, ਮਹੱਲਾ ਪੰਜਵਾਂ। ਇਹ ਇੱਥੇ ਰਹਿ ਜਾਣੇ ਸਾਰੇ, ਜਿੰਨੇ ਮਰਜ਼ੀ ਕਮਾਈ ਜਾਓ। ਜਪ ਕਹਿੰਦੇ ਹੈ ਪੁੱਠੇ ਸਿੱਧੇ ਹੋ ਕੇ ਕੰਮ ਕਰਨਾ, ਅਸੀਂ ਵੀ ਜਪ ਹੈ, ਲੇਕਿਨ ਉਹ ਪੱਪੇ ਨੂੰ ਔਂਕੜ ਵਾਲਾ ਜਿਹੜਾ ਸਾਰੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ, ਉਹ ਇੱਕ ਹੁਕਮ ਹੈ, ਇੱਕ ਕਰਤੇ ਪੁਰਖ ਦਾ ਨਾਮ ਹੈ। ਤੁਰਦੇ ਫਿਰਦੇ ਸੌਂਦੇ ਜਾਗਦੇ, ਕੋਈ ਵੀ ਕੰਮ ਕਰਦੇ, ਡਰਾਈਵਿੰਗ ਕਰਦੇ, ਭਾਂਡੇ ਮਾਂਜਦੇ, ਕਿਚਨ ਚ ਕੰਮ ਕਰਦੇ, ਗਾਰਡਨ ਚ ਕੰਮ ਕਰਦੇ, ਕਰੀ ਜਾਓ ਸ਼ਬਦ ਦਾ ਅਭਿਆਸ। ਪਰ ਜਿਹੜਾ ਜਪ ਤਪ ਸੰਜਮ ਪਾਠ ਪੁਰਾਣ ਹੈ, ਜਿਹੜੇ ਵੱਖਰੇ ਪੁੱਠੇ ਸਿੱਧੇ ਰਹਿਤ ਮਰਿਆਦਾ, ਕੋਡ ਆਫ ਕੰਡਕਟ, ਹੋਰ ਲਟਰਮ ਪਟਰਮ ਰਹਿਤਨਾਮੇ, ਹੋਰ ਜੀ ਆ ਜੀ ਆ ਜੀ, ਉਹ ਸਭ ਵੇਸਟੇਜ ਆਫ ਟਾਈਮ ਹੈ। ਉਹ ਤੁਹਾਡੇ ਜ਼ਿੰਦਗੀ ਦਾ ਸਮਾਂ ਜ਼ਾਇਆ ਕਰ ਦੇਗਾ। ਮੁਬਾਰਕ ਹੈ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਕਰੋ, ਬਟ ਨਾਟ ਐਟ ਦਾ ਕਾਸਟ ਆਫ ਨਾਮ ਜਪਣਾ। ਇਹ ਇੱਕ ਜਨਮ ਜਿਹੜਾ ਮਿਲਿਆ ਉਹ ਨਾਮ ਜਪਣ ਵਾਸਤੇ ਮਿਲਿਆ, ਸ਼ਬਦ ਦਾ ਅਭਿਆਸ ਕਰਨ ਵਾਸਤੇ ਮਿਲਿਆ। ਬਾਕੀ ਹੋਰ ਕੋਈ ਪੁੱਠੇ ਸਿੱਧੇ ਕੰਮ ਪ੍ਰਵਾਨ ਨਹੀਂ ਹੈ। ਇਹ ਰਿਜ਼ਲਟ ਕਿਵੇਂ ਕੱਢਿਆ ਜੀ? ਅੱਗੇ ਕਹਿੰਦੇ ਕਹੋ ਨਾਨਕ ਅਪਰੰਪਰ ਮਾਨ। ਕਹੋ, ਹਾਹੇ ਨੂੰ ਔਂਕੜ ਆ ਗਿਆ ਇੱਥੇ। ਉਸ ਕਰਤੇ ਪੁਰਖ ਦਾ ਨਾਮ ਜਪੋ ਜੋ ਕਿਸੇ ਦਾ ਮੁਤਾਜ ਨਹੀਂ ਹੈ। ਉਸ ਕਰਤੇ ਪੁਰਖ ਦਾ ਕਹੋ। ਨਾਨਕ ਜੋਤ ਕੀ ਕਰਦੀ ਹੈ? ਨਾਨਕ ਜੋਤ ਕਹਿ ਰਹੀ ਹੈ ਕਿ ਕਹੋ, ਉਸ ਕਰਤੇ ਪੁਰਖ ਦੇ ਨਾਮ ਨੂੰ ਕਹੋ, ਅਪਰੰਪਰ ਮਾਨ। ਉਸ ਬੇਅੰਤ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁਟੋ।
ਜਿਹਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਬੇਅੰਤ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁਟੋ, ਬਸ ਕਹੋ, ਉਸ ਨਾਮ ਨੂੰ ਕਹੋ। that is all, that is all। ਸੋ ਰਿਜ਼ਲਟ ਅਸੀਂ ਇਹ ਕੱਢਣਾ ਹੈ, ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਵਿੱਚੋਂ ਜੋ ਤੱਤ ਵਸਤੂ ਨਿਕਲ ਰਹੀ ਹੈ, ਉਹ ਅਸੀਂ ਤੱਤ ਵਸਤੂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ। ਐਵੇਂ ਆਪਾਂ ਜੋ ਕਿਸੇ ਨੇ ਕਹਿਤਾ, ਜੀ ਇੰਨੇ ਸ਼ਬਦ ਦੇ ਪਾਠ ਕਰੀ ਜਾਓ, ਕੱਖ ਨਹੀਂ ਮਿਲੇਗਾ ਉਹਦੇ ਚੋਂ। ਅਸੀਂ ਆਪ ਕਰਕੇ ਦੇਖਿਆ ਹੈ, ਕੱਖ ਨਹੀਂ ਮਿਲਦਾ। ਜੋ ਮਿਲੇਗਾ, ਜੋ ਪ੍ਰਾਪਤੀ ਹੋਏਗੀ, ਉਹ ਨਾਮ ਅਭਿਆਸ ਦੇ ਵਿੱਚੋਂ ਹੋਏਗੀ। ਪਰ ਇਹ ਆਪਣੇ ਮਨ ਨੂੰ ਸਮਝਾਉਣਾ ਪੈਣਾ ਹੈ, ਅਧਿਆਤਮ ਦੀ ਰੁਚੀ ਅੰਦਰ ਪੈਦਾ ਕਰਨੀ ਪੈਣੀ ਹੈ ਕਿ ਮੈਂ ਕਰਤੇ ਪੁਰਖ ਦੀ ਪ੍ਰਾਪਤੀ ਕਰਨੀ ਹੈ। ਇਹ 70 ਸਾਲ ਹੋ ਗਏ ਖੰਡੇ ਬਾਟੇ ਦੀ ਪੌਲਿਆਂ, ਅਜੇ ਉਹ ਬਜ਼ੁਰਗ ਸਾਡੀਆਂ ਗੱਲਾਂ ਹੁੰਦੀਆਂ, ਕਹਿੰਦੇ ਕੱਖ ਨਹੀਂ ਲੱਭਿਆ ਸਾਨੂੰ। ਤੇ ਆ ਹੁਣ ਜਿਹੀ ਕਈ ਨਵੇਂ ਬੱਚੇ ਲੱਗੇ ਐ ਨਾਮ ਅਭਿਆਸ ਦੇ ਵਿੱਚ, ਔਰ ਮੇਰੇ ਕੋਲ ਲਿਸਟ ਹੈ ਪੂਰੀ ਉਹਨਾਂ ਬੱਚਿਆਂ ਦੀ। ਇੱਥੇ ਆਪਣੇ ਅਮਰੀਕਾ 'ਚ ਇੱਕ ਗੁਰਸਿੱਖ ਹੈ ਜਿਹਨੂੰ ਪੰਜਾਬੀ ਨਹੀਂ ਆਉਂਦੀ, ਜਿਹੜੇ ਮਾਂ-ਬਾਪ ਬਿਲਕੁਲ ਅੰਗਰੇਜ਼ੀ ਬੋਲਦੇ ਸੀ, ਤੀਜੀ ਚੌਥੀ ਪੀੜ੍ਹੀ ਹੈ ਉਹਨਾਂ ਦੀ ਅਮਰੀਕਾ ਦੇ ਵਿੱਚ। ਉਹ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ, ਲੇਕਿਨ ਉਹਨੂੰ ਸ਼ਬਦ ਦਾ ਪਤਾ ਲੱਗ ਗਿਆ, ਔਰ ਉਹ ਐਨਲਾਈਟਨਡ ਹੋ ਗਿਆ। ਉਹਦੇ ਅੰਦਰ ਕਰਤੇ ਪੁਰਖ ਦਾ ਵਾਸਾ ਹੋ ਗਿਆ, ਮਿਲਾਪ ਹੋ ਗਿਆ। ਉਹ ਕੇਵਲ ਨਾਮ ਅਭਿਆਸ ਕਰਦਾ ਹੈ, ਕੇਵਲ ਤੇ ਕੇਵਲ ਨਾਮ ਅਭਿਆਸ ਕਰਦਾ। ਪਰ ਹੁਣ ਤੇ ਇੰਨਾ ਸਮਾਂ ਆ ਗਿਆ ਵੀ ਉਹ ਲੁਕ ਕੇ ਰਹਿ ਰਿਹਾ, ਉਹ ਕਿਸੇ ਨੂੰ ਮਿਲਦਾ ਗਿਲਦਾ ਨਹੀਂ। ਪਹਿਲਾਂ ਜਾਂਦਾ ਸੀ ਬਾਹਰ ਅੰਦਰ, ਪਰ ਹੁਣ ਉਹ ਕਿਸੇ ਨੂੰ ਮਿਲਦਾ ਗਿਲਦਾ। ਏਦਾਂ ਦੇ ਬਹੁਤ ਸਾਡੇ ਨਵੇਂ ਅਭਿਆਸੀ ਲੱਗੇ ਨੇ। ਸੋ ਇਹਦੇ ਚੋਂ ਅਸੀਂ ਰਿਜ਼ਲਟ ਕੱਢਣੇ ਨੇ, ਗੁਰਬਾਣੀ ਦੇ ਪਾਠ ਨਹੀਂ ਕਰਨੇ, ਉਹ ਅਸੀਂ ਰਿਜ਼ਲਟ ਕੱਢਣੇ ਆ ਕਿ ਗੁਰਬਾਣੀ ਸਾਨੂੰ ਕਹਿ ਕੀ ਰਹੀ ਹੈ, ਮਨਸ਼ਾ ਕੀ ਸੀ ਸਤਿਗੁਰਾਂ ਦਾ, ਇਹ ਸਾਨੂੰ ਇੰਨੀ ਗੁਰਬਾਣੀ ਦੇਣ ਦਾ ਮਨਸ਼ਾ ਕੀ ਸੀ। ਆਪਾਂ ਹੋਰ ਵੀ ਅੱਗੇ ਦੀ ਅੱਗੇ ਇਹ ਸ਼ਬਦ ਲਈ ਜਾਣੇ ਆ ਪਾਠ ਦੇ। ਇੱਥੇ ਸਾਡੀ ਬੈਠਕ ਦੀ ਅੱਜ ਸਮਾਪਤੀ ਹੈ।